ਵੀ ਮੁਲਾਜ਼ਮਾਂ ਨੂੰ ਥੋੜ੍ਹੀਆਂ ਤਨਖਾਹਾਂ ਤੇ ਭਰਤੀ ਕਰ ਲਓ, ਉਹਨਾਂ ਦਾ ਸ਼ੋਸ਼ਣ ਕਰੋ। ਇਹ ਸਾਰੇ ਮੁੱਦੇ ਅੱਜ ਸਾਰੇ ਦੇਸ਼ ਵਿੱਚ, ਸਾਰੇ ਸੂਬਿਆਂ ਵਿੱਚ ਬੜੇ ਭਾਰੂ ਨੇ। मोदी ने एक स्लोगन दिया है, मिनिमम गवर्नमेंट मैक्सिमम गवर्नेंस, है इसका अंदर ही ये सारे साजिश जोड़ा हुआ है। किसानों के बीच में एकता भी अभी बढ़ रहा है। जो किसान आंदोलन है हमने देखा, तो अभी इस एकता को छीनने का कोशिश चल रहा है। ਇੱਥੇ ਸੈਂਟਰ ਗੌਰਮੈਂਟ ਨੇ ਕੀਤਾ, ਹਰਿਆਣਾ ਬੀਜੇਪੀ ਨੇ ਕੀਤਾ, ਦਿੱਲੀ ਦੇ ਅੰਦਰ ਕੇਜਰੀਵਾਲ ਨੇ ਐਸਮਾ ਲਾਗੂ ਕੀਤਾ। ਐਸਮਾ ਲਾਗੂ ਕਰਨ ਦੇ ਅੰਦਰ ਔਰ ਝੂਠ ਬੋਲ ਕੇ ਧੋਖਾ ਦੇਣ 'ਚ ਨਾ ਪਾਰਟੀਆਂ ਦਾ ਕੋਈ ਅੰਤਰ ਨਹੀਂ ਹੈ। ਮਾਨ ਸਰਕਾਰ ਵੱਲੋਂ ਵੀ ਇੱਕ ਵੀ ਕਦਮ ਇਹੋ ਜਿਹਾ ਨਹੀਂ ਹੈ ਜਿਹਨੂੰ ਅਸੀਂ ਕਹਿ ਸਕੀਏ ਸਕਸੈਸ ਹੋ ਸਕਦਾ ਹੈ। ਜਿਹੜੀ ਬਿਜਲੀ ਵਾਅਦੇ ਦੀ ਗੱਲ ਸੀ ਆਮ ਪਬਲਿਕ ਨੂੰ, ਹੁਣ ਉਸ ਦੇ ਵਿੱਚ ਹੀ ਰੌਲਾ ਪੈ ਰਿਹਾ। ਦੇਸ਼ ਅੱਜ ਗਰੀਬੀ, महामारी और खास करके ਜਿਹੜੇ ਵਰਕਰ ਨੇ, ਗਰੀਬ ਤਬਕਾ ਹੈ, ਉਹਦੇ 'ਚ ਵਰਕਰ ਆ ਜਾਂਦੇ ਨੇ, ਮੁਲਾਜ਼ਮ ਆ ਜਾਂਦੇ ਨੇ। ਔਰ ਖਾਸ ਕਰਕੇ ਜਿਹੜੀਆਂ ਭਾਰਤ ਜਾਂ ਸੂਬਾ ਸਰਕਾਰਾਂ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਨੇ, ਜਾਂ ਇੱਕ ਠੇਕਾ ਸਿਸਟਮ ਹੈ ਵੀ ਮੁਲਾਜ਼ਮਾਂ ਨੂੰ ਥੋੜ੍ਹੀਆਂ ਤਨਖਾਹਾਂ ਤੇ ਭਰਤੀ ਕਰ ਲਓ, ਉਹਨਾਂ ਦਾ ਸ਼ੋਸ਼ਣ ਕਰੋ। ਇਹ ਸਾਰੇ ਮੁੱਦੇ ਅੱਜ ਸਾਰੇ ਦੇਸ਼ ਵਿੱਚ, ਸਾਰੇ ਸੂਬਿਆਂ ਵਿੱਚ ਬੜੇ ਭਾਰੂ ਨੇ। ਔਰ ਇਸੇ ਸੰਬੰਧ ਵਿੱਚ ਇੱਕ ਆਲ ਇੰਡੀਆ ਦੀ ਸੀਟੂ ਦੀ ਜਿਹੜੀ ਬਹੁਤ ਵੱਡੀ ਵਰਕਰਾਂ ਦੀ ਜਥੇਬੰਦੀ ਹੈ, ਉਹ ਚੰਡੀਗੜ੍ਹ ਵਿੱਚ ਆਲ ਇੰਡੀਆ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਇਹ ਤੈਅ ਕਰ ਰਹੀ ਹੈ ਵੀ ਕਿਵੇਂ ਦੇਸ਼ ਦੇ ਜਿਹੜਾ ਵਰਕਰ ਹੈ, ਗਰੀਬ ਤਬਕਾ, ਉਹਨੂੰ ਕਿਵੇਂ ਬਚਾਉਣਾ। ਇਹ 2 ਰੋਜ਼ਾ ਜਿਹੜਾ ਇੱਥੇ ਸਮਾਗਮ ਚੱਲ ਰਿਹਾ ਸੀ, ਸੈਕਟਰ 29 ਚੰਡੀਗੜ੍ਹ ਵਿੱਚ ਖੜੇ ਹੈ। ਔਰ ਇਹ ਜਿਹੜਾ ਸਾਰਾ ਪ੍ਰੋਗਰਾਮ ਚੱਲ ਰਿਹਾ, ਆਲ ਇੰਡੀਆ ਦੇ ਜਿਹੜੇ ਲੀਡਰ ਆਏ ਨੇ ਸੀਟੂ ਦੇ, ਉਹਨਾਂ ਨਾਲ ਗੱਲਬਾਤ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਪ੍ਰਕਿਰਿਆ ਕਿਵੇਂ ਚੱਲ ਰਹੀ ਹੈ। ਤੁਸੀਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਜੇ। ਆਮ ਆਪਾਂ ਦੇਖਦੇ ਹਾਂ ਮੁਲਾਜ਼ਮ ਵਰਕਰ ਜਿਹੜੇ ਨੇ ਉਹ ਨਾਅਰੇ ਲਾਉਂਦੇ ਦੇਖਦੇ ਨੇ। ਔਰ ਇੱਕ ਨਾਅਰਾ ਬਹੁਤ ਕਈ ਸਾਲਾਂ ਤੋਂ ਚੱਲ ਰਿਹਾ, ਨਿੱਜੀਕਰਨ ਦੀਆਂ ਨੀਤੀਆਂ ਬੰਦ ਕਰੋ, ਠੇਕਾਦਾਰੀ ਸਿਸਟਮ ਬੰਦ ਕਰੋ। ਕਿਉਂ ਨਹੀਂ ਬੰਦ ਹੋ ਰਿਹਾ? ਇਹਦੇ ਸੰਬੰਧ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੇ ਸੀਟੂ ਦੇ ਜਨਰਲ ਸਕੱਤਰ ਚੰਦਰ ਸ਼ੇਖਰ ਜੀ ਨੇ। ਚੰਦਰ ਸ਼ੇਖਰ ਜੀ ਬੜੇ ਲੰਬੇ ਸਮੇਂ ਤੋਂ ਤੁਹਾਨੂੰ ਨਾਅਰੇ ਲਾਉਂਦਿਆਂ ਦੇਖ ਰਹੇ ਆ, ਮੰਗਾਂ ਉਹੀ ਨੇ, ਕਿਉਂ ਨਹੀਂ ਪੂਰੀਆਂ ਹੋ ਰਹੀਆਂ? ਦੇਖੋ ਗੱਲ ਇਹ ਹੈ, ਜਿਹੜੀ 1991 ਤੋਂ LPG ਦੀ ਨੀਤੀਆਂ ਆਈਆਂ, ਉਸ ਤੋਂ ਬਾਅਦ ਜਿੰਨਾ ਇੰਟਰਨੈਸ਼ਨਲ ਕਾਰਪੋਰੇਸ਼ਨ ਦਾ ਦਖਲ ਹੋਇਆ ਔਰ ਇੰਡੀਅਨ ਗੌਰਮੈਂਟ, ਸਕਸੈਸਿਵ ਗੌਰਮੈਂਟ ਸਾਰੀ ਜਿਹੜੀ ਉਸ ਤੋਂ ਬਾਅਦ ਆਈਆਂ, ਉਹ ਜਿਵੇਂ ਵਿਦੇਸ਼ੀ ਪੂੰਜੀ ਦੇ ਸਮਰਥਕ ਬਣ ਕੇ ਕੰਮ ਕਰ ਰਹੇ ਹੈ। ਹਿੰਦੁਸਤਾਨ ਦੇ ਸੰਵਿਧਾਨ ਨੂੰ ਟ੍ਰਾਈਪਾਰਟਿਟ, 3 ਧਿਰੀ ਜਿਹੜਾ ਸਿਸਟਮ ਸੀ ਲੇਬਰ ਦਾ ਹਿੰਦੁਸਤਾਨ 'ਚ, ਉਹਨੂੰ ਤਹਿਸ ਨਹਿਸ ਕੀਤਾ। ਉਸ ਦਾ ਇਫੈਕਟ ਹੈਗਾ। ਸੇਮ ਕੋਰਟਾਂ ਦਾ ਜਿਹੜੇ ਫੈਸਲੇ ਹੈ, ਟ੍ਰਿਬਿਊਨਲਸ ਹੈ ਵਰਕਿੰਗ ਕਲਾਸ ਲਈ ਬਣੇ ਹੋਏ, ਜਾਂ ਲੇਬਰ ਕੋਰਟਸ ਹੈ, ਲੇਬਰ ਟ੍ਰਿਬਿਊਨਲਸ ਹੈ। ਆਲ ਇੰਡੀਆ ਦੇ ਅੰਦਰ ਵੀ ਆਪਸ 'ਚ 3 ਧਿਰੀ ਕਮੇਟੀਆਂ ਬਣੀ ਹੋਈ हैं, ਚਾਹੇ ਉਹ PNT ਹੈ, ਚਾਹੇ ਬਾਕੀ ਡਿਪਾਰਟਮੈਂਟਸ ਹੈ, ਉਹ ਸਾਰੀ ਇਨਫੈਕਟਿਵ ਕਰਤੀਆਂ ਉਹਨਾਂ ਨੇ, ਤੇ ਉਹ ਗੱਲ ਮੰਨਣ ਨੂੰ ਤਿਆਰ ਨਹੀਂ। ਇਸ ਕਰਕੇ ਲੜਾਈ ਅੱਗੇ ਨਾਲੋਂ ਵਧੀ ਹੈ। ਤੇ ਲੜਾਈ ਦੇ ਅੰਦਰ ਪੁਰਾਣਾ ਜਿਹੜਾ ਐਮਪਲਾਈ ਹੈ, ਉਹ ਥੋੜਾ ਗਿਣਤੀ ਘਟੀ ਹੈ, ਉਹਨਾਂ ਦੀ ਰਿਟਾਇਰੀਆਂ ਦੀ ਗਿਣਤੀ ਵੱਧ ਗਈ ਹੈ। ਤੇ ਨਵੇਂ ਜਿਹੜੇ ਆਊਟਸੋਰਸ ਲੋਕ ਨੇ ਜਾਂ ਕੰਟਰੈਕਟ ਤੇ ਲੋਕ ਨੇ, ਉਹ ਰੱਖੇ, ਉਹਨਾਂ ਦੀ ਮਤਲਬ ਐਕਸਪਲੋਇਟੇਸ਼ਨ ਬਹੁਤ ਹੈ। ਥੋੜਾ ਇਹ ਦੱਸੋ, ਅੱਜ ਭਕਨਾ ਭਵਨ 'ਚ ਕੱਲ ਤੋਂ ਲਾਲ ਝੰਡੇ ਲੱਗੇ ਨੇ, ਇਹ ਕੀ ਪ੍ਰੋਗਰਾਮ ਹੈ? ਇਹ ਸਾਡੀ CITU ਦੀ ਆਲ ਇੰਡੀਆ ਵਰਕਿੰਗ ਕਮੇਟੀ ਦੀ ਇੱਥੇ ਮੀਟਿੰਗ ਹੈ ਜੀ, 3 ਦਿਨਾਂ ਦੀ ਨੈਸ਼ਨਲ ਲੈਵਲ ਦੀ ਲੀਡਰਸ਼ਿਪ ਹੈ। ਲਗਭਗ 31 ਸਟੇਟ ਔਰ ਯੂਨੀਅਨ ਟੈਰੀਟਰੀਜ਼ ਤੋਂ ਇਲੈਕਟਿਡ ਲੀਡਰਸ਼ਿਪ ਇੱਥੇ ਆਈ ਹੈ। 125 ਵਰਕਿੰਗ ਕਮੇਟੀ ਦੇ ਮੈਂਬਰ ਨੇ, ਔਰ ਆਊਟ ਆਫ 36 ਜਿਹੜੇ ਨੇ ਉਹ ਆਫਿਸ ਬੀਰਰ ਨੇ ਆਲ ਇੰਡੀਆ ਦੇ, ਤੇ ਕੁਛ ਸਾਡੇ ਲਗਭਗ 13-14 ਆਲ ਇੰਡੀਆ ਫੈਡਰੇਸ਼ਨਸ ਨੇ ਜਿਹੜੀ ਐਮਪਲਾਈਜ਼ ਦੀ, ਉਹਨਾਂ ਦੇ ਨੁਮਾਇੰਦੇ ਇੱਥੇ ਆਏ ਹੋਏ ਨੇ। ਤੇ ਆਲਮੋਸਟ 250 ਲੋਕ ਜਿਹੜੇ ਆ ਉਹ 3 ਦਿਨ ਦੀ ਡੈਲੀਬਰੇਸ਼ਨ ਕਰ ਰਹੇ। 22 ਨੂੰ ਲੈਨਿਨ ਦੇ ਜਨਮ ਦਿਨ ਤੋਂ ਸ਼ੁਰੂ ਹੋਈ ਹੈ ਔਰ 23 ਤੇ 24 ਅੱਜ ਸ਼ਾਮ ਨੂੰ 4 ਵਜੇ ਤੱਕ ਚੱਲੇਗੀ। ਇਹ 3 ਦਿਨ ਦਾ ਪਿਛਲਾ ਜਿਹੜਾ ਸਿਚੁਏਸ਼ਨ ਹੈ ਹਿੰਦੁਸਤਾਨ 'ਚ ਬਣੀ ਹੋਈ, ਉਹਦਾ ਰਿਵਿਊ ਕਰਾਂਗੇ। ਜਿਹੜੀ ਵਰਕਰ ਔਰ ਕਿਸਾਨਾਂ ਦਾ ਏਕਾ ਹੋਇਆ ਦਿੱਲੀ ਮੋਰਚੇ ਦੇ ਉੱਤੇ, ਉਸ ਨੂੰ ਅੱਗੇ ਲਿਜਾਣ ਦਾ ਇੱਕ ਸਾਡਾ ਵੱਡਾ ਟਾਸਕ ਹੈ ਵਰਕਰ ਪੀਜੈਂਟ ਯੂਨਿਟੀ ਦਾ। ਇਸੇ ਤਰੀਕੇ ਨਾਲ ਕਿਸਾਨੀ ਤਰਜ਼ ਤੇ ਹਾਂਜੀ ਯੂਨਿਟੀ ਕਿਵੇਂ ਵਰਕਰਾਂ ਦੀ ਬਣਾਈ ਜਾਵੇ, ਬਿਲਕੁਲ ਪਾਈ ਜਾਵੇ, ਤੇ ਉਹ ਮਤਲਬ ਏਕੇ ਨੂੰ ਕਿਵੇਂ ਅੱਗੇ ਹੋਰ ਸਟਰੈਂਥਨ ਕੀਤਾ ਜਾਵੇ। ਉਂਝ ਅਸੀਂ ਕਿਸਾਨ ਕਾਜ਼ ਨੂੰ ਪੂਰੇ ਦੇਸ਼ ਲਿਜਾਣ ਦਾ ਸੀਟੂ ਨੇ ਔਰ ਟ੍ਰੇਡ ਯੂਨੀਅਨ ਮੂਵਮੈਂਟ ਨੇ ਬਹੁਤ ਟਾਸਕ ਵੱਡਾ ਰੋਲ ਅਦਾ ਕੀਤਾ। ਔਰ ਦਿੱਲੀ ਮੋਰਚੇ ਦੇ ਅੰਦਰ ਵੀ ਲਗਭਗ 2 ਕਰੋੜ ਰੁਪਈਆ ਪੰਜਾਬ 'ਚੋਂ ਸਾਡੀ ਆਂਗਨਵਾੜੀ ਕੱਲੀ ਨੇ 6 ਲੱਖ ਰੁਪਈਆ ਤੇ ਇੱਕ ਮੋਰਚਾ ਲਾਣ 'ਚ ਸਭ ਤੋਂ ਪਹਿਲਾਂ ਮੋਹਰ ਕੀਤੀ ਸੀ।
ਇਸ ਕਰਕੇ ਮਜ਼ਦੂਰ ਔਰ ਕਿਸਾਨ ਏਕਾ ਜਿਹੜਾ ਹੈ ਉਹ ਸਾਡੇ ਲਈ ਸਾਡਾ ਬੁਨਿਆਦੀ ਨਾਰਾ ਹੈ ਤੇ ਸਮਾਜੀ ਤਬਦੀਲੀ ਨਹੀਂ ਹੋ ਸਕਦੀ ਜਦੋਂ ਤੱਕ। ਇਹ ਦੱਸੋ ਇੱਥੇ ਵੈਸੇ ਤਾਂ ਨੈਸ਼ਨਲ ਲੈਵਲ ਦੀਆਂ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਪਾਲਿਸੀਆਂ ਉਹਦੇ ਤੇ ਤੁਸੀਂ ਗੱਲ ਕਰੋਗੇ ਕਿਵੇਂ ਬਚਾਉਣਾ ਗਰੀਬ ਤਬਕੇ ਨੂੰ, ਪੰਜਾਬ ਵਿੱਚ ਵਰਕਰਾਂ ਦੀ ਕੀ ਹਾਲਤ ਹੈ? ਪੰਜਾਬ ਵਰਕਰਾਂ ਦੀ ਹਾਲਤ ਜਿਵੇਂ ਪੂਰੇ ਦੇਸ਼ ਔਰ ਦੁਨੀਆ 'ਚ ਵਿਗੜੀ ਹੈ, ਪੰਜਾਬ ਦੇ ਅੰਦਰ ਉਸ ਤੋਂ ਵੀ ਮਾੜੀ ਹੋਈ ਹੈ। ਪੰਜਾਬ ਦੇ ਅੰਦਰ ਬਾਦਲ ਤੇ ਅਮਰਿੰਦਰ ਦੀ ਸਰਕਾਰ ਵੇਲੇ ਪਿਛਲੇ 11 ਸਾਲਾਂ ਤੋਂ ਮਿਨੀਮਮ ਵੇਜ ਵੀ ਰਿਵਾਈਜ਼ ਨਹੀਂ ਕੀਤੀ। ਜਿਹੜੇ ਇੰਸਪੈਕਟਰ ਸਾਡੀ ਸ਼ਿਕਾਇਤ ਤੇ ਫੈਕਟਰੀ ਮਾਲਕਾਂ ਦਾ ਰਿਕਾਰਡ ਚੈੱਕ ਕਰਦੇ ਸੀ, ਉਹ ਉਹਨਾਂ ਨੇ ਕਹਿਤਾ ਵੀ ਕੋਈ ਚੈੱਕ ਨਹੀਂ ਕਰੇਗਾ, ਜੋ ਮਾਲਕ ਕਹੇਗਾ ਔਰ ਜੋ ਮਤਲਬ ਮੈਨੇਜਮੈਂਟ ਕਹੇਗੀ ਉਸ ਨੂੰ ਹੀ ਅਸਲ ਮੰਨ ਲਿਆ ਜਾਏਗਾ। ਇਹ ਹੈ ਉਹਨਾਂ ਦਾ। ਇਹਦੇ ਨਾਲ ਵਰਕਰ ਦੀ ਹਾਲਤ ਅੱਗੇ ਨਾਲੋਂ ਮਾੜੀ ਹੋਈ ਹੈ ਔਰ ਜਿੰਨੇ ਅੱਗੇ ਹੜਤਾਲਾਂ ਵੀ ਹੁੰਦੀਆਂ ਸੀ, ਹੁਣ ਲੌਕਆਊਟ ਬਹੁਤੇ ਹੋ ਰਹੇ ਹਨ, ਮਿਲਬੰਦੀ ਬਹੁਤ ਹੋਈ ਹੈ। ਸਰਕਾਰ ਦੀਆਂ ਆਪਣੀਆਂ ਮਿੱਲਾਂ, ਚਾਹੇ ਟੈਕਸਟਾਈਲ ਦੀਆਂ, ਚਾਹੇ ਪੇਪਰ ਮਿੱਲਾਂ ਹੈ ਜਾਂ NTC ਦੀ ਮਿੱਲਾਂ ਸੀ, ਖਰੜ ਦੇ ਅੰਦਰ 2 ਸੀ, ਉਹ ਸਾਰੀਆਂ ਹੀ ਬੰਦ ਹੋ ਗਈਆਂ। ਇਸ ਕਰਕੇ ਜਿਹੜੀ ਆਰਗੇਨਾਈਜ਼ਡ ਵਰਕਿੰਗ ਕਲਾਸ ਸੀ ਉਹਦੀ ਸ਼ਕਤੀ ਘਟੀ ਹੈ। ਜਿਹੜੀ ਨਿਊ ਐਂਟਰੈਂਟਸ ਨਵੇਂ ਦਾਖਲ ਹੋ ਰਹੇ ਆ, ਨੌਜਵਾਨ ਮਜ਼ਦੂਰ ਜਿਹੜੇ ਕੱਚੇ ਵਰਕਰ ਹੈ, ਠੇਕੇਦਾਰ ਦੇ ਰਾਹੀਂ ਰੱਖੇ ਹੋਏ ਆ, ਬਾਹਰੋਂ ਆਊਟਸੋਰਸ ਰੱਖੇ ਹੋਏ ਆ, ਫਿਕਸ ਟਰਮ ਤੇ ਰੱਖੇ ਹੋਏ ਆ, ਉਹਨਾਂ ਦੀ ਗਿਣਤੀ ਵਧੀ ਹੈ। ਤੇ ਲੜਾਈ ਦੇ ਮੈਂ ਸੁਣਦਾ ਆ ਰਿਹਾ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਨਿੱਜੀਕਰਨ ਦੀਆਂ ਨੀਤੀਆਂ ਸ਼ੁਰੂ ਹੋਈਆਂ, ਕਈ ਸਾਲ ਗੁਜ਼ਰ ਗਏ, ਤੁਸੀਂ ਨਾਅਰੇ ਲਾਉਂਦੇ ਰਹੇ, ਕਈ ਯੂਨੀਅਨਾਂ ਨੂੰ ਦੇਖਿਆ। ਲੱਗਦਾ ਨਹੀਂ ਵੀ ਜਿੱਥੇ ਸਰਕਾਰ ਦੀਆਂ ਮਾਰੂ ਨੀਤੀਆਂ ਜ਼ਿੰਮੇਵਾਰ ਨੇ, ਉੱਥੇ ਟ੍ਰੇਡ ਯੂਨੀਅਨ ਵਿੱਚ ਜਿਹੜੀਆਂ ਤਰੇੜਾਂ ਪਈਆਂ ਨੇ 1-1 ਇੰਚ ਵਿੱਚ, ਉਹ ਵੀ ਜ਼ਿੰਮੇਵਾਰ ਹੈ? ਦੇਖੋ ਇਹ ਰਿਐਲਿਟੀ ਹੈ। ਸੀਟੂ ਨੇ 1979 ਦੇ ਅੰਦਰ 1979 ਦੇ ਅੰਦਰ ਨਾਰਾ ਦਿੱਤਾ ਸੀ ਕਨਫੈਡਰੇਸ਼ਨ ਦਾ ਕਿ ਯੂਨੀਅਨ ਔਰ ਫੈਡਰੇਸ਼ਨਾਂ ਲਹਿਦੀ ਬੇਸ਼ੱਕ ਹੋਣ, ਕਾਮਨ ਮਿਨੀਮਮ ਪ੍ਰੋਗਰਾਮ ਦੇ ਉੱਤੇ ਕਨਫੈਡਰੇਸ਼ਨ ਬਣਾ ਕੇ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ। ਅਜੇ ਅਸੀਂ ਉਸ ਨਾਰੇ 'ਚ ਕਾਫੀ ਹੱਦ ਤੱਕ ਕਾਮਯਾਬ ਹੋਏ ਹਾਂ। ਸੈਂਟਰਲ ਲੈਵਲ ਤੇ 11 ਸੈਂਟਰਲ ਟ੍ਰੇਡ ਯੂਨੀਅਨ ਔਰ 52 ਇੰਡਸਟਰੀਅਲ ਫੈਡਰੇਸ਼ਨ ਜਿਹੜੀਆਂ ਕਿੱਤਾਵਾਰ ਫੈਡਰੇਸ਼ਨਾਂ, ਉਹਨਾਂ ਨੂੰ ਇੱਕ ਮੰਚ ਤੇ ਲਿਆ ਕੇ ਅਸੀਂ 21 ਵਾਰ ਦੇਸ਼ ਹੜਤਾਲਾਂ ਕੀਤੀਆਂ ਤੇ ਗਵਰਨਮੈਂਟ ਦੀ ਜਿਹੜੀ ਤੇਜ਼ ਗਤੀ ਸੀ ਲਾਗੂ ਕਰਨ ਦੀ, ਉਸ ਨੂੰ ਰੋਕਿਆ। ਔਰ ਈਵਨ ਜਿਹੜੇ ਉਹਨਾਂ ਨੇ 29 ਲੇਬਰ ਕਾਨੂੰਨ ਰੱਦ करके 4 लेबर कोड बनाए हैं, रूल्स बना लिए हैं, लेकिन अजे तक लागू नहीं कर सके ड्यू टू आवर स्ट्रगल। मेरी गल का जवाब नहीं दे रहे। ये सियासी पार्टियां के आधार पर जिहड़ियां फुट्टां पईयां ने, सरकार नूं फायदा नहीं मिल रहा इहदा? सियासी पार्टियां का फायदा मिलेगा, पर ट्रेड यूनियन तो इकट्ठी है सारी। इस सवाल पर जी 2 दिन की हड़ताल की है, समूची ट्रेड यूनियन मूवमेंट ने की है, मिल के की है, ਤਾਂ ਹੀ ਉਹ मतलब 20 ਕਰੋੜ 26 ਕਰੋੜ 27 ਕਰੋੜ ਲੋਕ ਹੜਤਾਲ ਤੇ ਜਾਂਦੇ ਆ। ਸਾਡੀ ਮੈਂਬਰਸ਼ਿਪ ਦਾ ਵੱਡਾ ਹਿੱਸਾ ਹੈ। ਮੈਂ ਪੰਜਾਬ ਦੀ ਗੱਲ ਕਰਾਂ, ਪਹਿਲੋਂ ਕੈਪਟਨ ਸਰਕਾਰ ਨੇ ਕਿਹਾ, ਪਹਿਲੋਂ ਬਾਦਲ ਸਰਕਾਰ ਨੇ 2016 ਚ ਐਕਟ ਬਣਾਇਆ, ਠੇਕਾ ਮੁਲਾਜ਼ਮ ਰੈਗੂਲਰ ਕਰਾਂਗੇ, ਰੁਲ ਗਿਆ। ਫਿਰ ਕੈਪਟਨ ਸਰਕਾਰ ਨੇ 4.5 ਸਾਲ ਲੰਘਾਤੇ। ਫਿਰ ਚੰਨੀ ਸਰਕਾਰ ਨੇ 111 ਦਿਨਾਂ ਐਂਡ ਜੇ ਚ ਕਿਹਾ ਮੈਂ 36000 ਰੈਗੂਲਰ ਕਰ ਦੂੰਗਾ ਠੇਕਾ ਮੁਲਾਜ਼ਮ, ਉਹ ਨਹੀਂ ਕਿਤੇ ਹੋਏ। ਹੁਣ ਭਗਵੰਤ ਸਿੰਘ ਮਾਨ ਕਹਿੰਦੇ ਨੇ 35000 ਠੇਕਾ ਮੁਲਾਜ਼ਮ ਰੈਗੂਲਰ ਕਰੂੰਗਾ, ਜਦੋਂ ਕੱਚੇ ਮੁਲਾਜ਼ਮ ਜਿਹੜੇ ਆਊਟਸੋਰਸ ਠੇਕੇ ਤੇ ਉਹ ਜਿਹੜੇ ਸਰਕਾਰੀ ਦਫ਼ਤਰਾਂ 'ਚ ਉਹ 1 ਲੱਖ ਤੋਂ ਵੱਧ ਨੇ। ਸਰਕਾਰੀ ਦਫ਼ਤਰ 1 ਲੱਖ। ਹਾਂਜੀ ਤੇ ਉਹਨਾਂ ਬਾਰੇ ਤੁਸੀਂ ਕੁਝ ਨਹੀਂ ਕਰ ਸਕੇ। ਮੈਂ ਤਾਂ ਕਹਿੰਦਾ ਉਹ ਜਿਉਂਦੀਆਂ ਲਾਸ਼ਾਂ ਨੇ, 10 ਸਾਲ ਤੋਂ 10,000 ਰੁਪਈਆ ਤਨਖਾਹ ਤੇ ਕੰਮ ਕਰਦੇ ਨੇ, ਖਾਸ ਕਰਕੇ ਜਿਹੜੇ ਤੁਹਾਡੇ ਛਤਰੀ ਹੇਠ ਚੱਲਦੇ ਨੇ, PRTC ਦੇ ਜਾਂ ਪਨ ਬੱਸ ਦੇ ਜਿਹੜੇ ਠੇਕਾ ਮੁਲਾਜ਼ਮ ਨੇ, ਰੁਲ ਰਹੇ ਨੇ। ਚਲੋ ਦੇਖੋ, ਇਹ ਗੱਲ ਸੱਚੀ ਗੱਲ ਇਹ ਹੈ ਵੀ ਇਹ ਠੇਕਾ ਪਾਲਿਸੀ ਜਿਹੜੀ ਇਹ ਹੈ ਤਾਂ ਨੀਤੀਆਂ ਦੇ ਵਿੱਚੋਂ ਹੈ। ਪੰਜਾਬ ਸਰਕਾਰ ਕੋਈ ਵੀ ਹੋਵੇ, ਉਹਨਾਂ ਨੇ ਉਸੇ ਨੀਤੀ ਤੇ ਚੱਲਣਾ। ਦਿੱਲੀ ਦੇ ਅੰਦਰ ਕੇਜਰੀਵਾਲ ਨੇ ਆਂਗਨਵਾੜੀ ਮੁਲਾਜ਼ਮਾਂ ਦੇ ਉੱਤੇ ਐਸਮਾ ਲਾਗੂ ਕਰਤਾ, ਹਰਿਆਣੇ ਦੇ ਅੰਦਰ BJP ਦੀ ਸਰਕਾਰ ਨੇ ਐਸਮਾ ਲਾਗੂ ਕਰਤਾ, ਤੇ ਪੰਜਾਬ ਦੇ ਅੰਦਰ ਉਹ ਜਿੰਨਾ ਮਰਜ਼ੀ ਕਹੀ ਜਾਣ, ਪੰਜਾਬ ਦਾ ਭਲਾ ਜਦ ਤੱਕ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਦੇ ਸਿਰ ਤੇ ਹੈ, ਉਹ ਆਪਣਾ ਸ਼ੇਅਰ ਵੀ ਨਹੀਂ ਪਾਣਗੇ। ਇਸ ਕਰਕੇ ਉਹ ਸਮੁੱਚੇ ਮੁਲਾਜ਼ਮਾਂ ਨੂੰ ਲਗਭਗ 2 ਲੱਖ ਕਰਮਚਾਰੀ ਫੈਕਟਰੀਆਂ ਦੇ ਅੰਦਰ ਕੱਚੇ ਹੈ ਔਰ 1 ਲੱਖ ਤੋਂ ਵਧੇਰੇ ਸਰਕਾਰੀ ਅਦਾਰਿਆਂ ਦੇ ਅੰਦਰ ਕੱਚੇ ਹੈ। ਤੇ ਉਹ ਚਾਹੇ ਉਹ ਹਾਈ ਕੋਰਟ ਦਾ ਸਟੇ ਲਵਾਉਣ, ਚਾਹੇ ਕੁਝ ਵੀ ਕਰਨ, ਉਹਨਾਂ ਨੇ ਜਾਰੀ ਰੱਖਣਾ। ਚੰਡੀਗੜ੍ਹ ਦੇ ਇਲੈਕਟ੍ਰਿਸਿਟੀ ਇੰਪਲਾਈਜ਼ ਜਿਹੜੇ ਆ, ਉਹ ਠੇਕਾ ਕਰਨ ਦੇ ਮੁਨਾਫੇ ਦਾ ਅਦਾਰਾ ਹੈ, ਉਹਨਾਂ ਤੇ ਐਸਮਾ ਲਾਗੂ ਕਰਤਾ। ਮੈਂ ਕਹਿ ਰਿਹਾ ਉਹ ਐਸਮਾ ਲਾਗੂ ਕਰਤਾ। ਇੱਥੇ ਸੈਂਟਰ ਗਵਰਨਮੈਂਟ ਨੇ ਕੀਤਾ, ਹਰਿਆਣੇ BJP ਨੇ ਕੀਤਾ, ਦਿੱਲੀ ਦੇ ਅੰਦਰ ਕੇਜਰੀਵਾਲ ਨੇ ਐਸਮਾ ਲਾਗੂ ਕੀਤਾ। ਐਸਮਾ ਲਾਗੂ ਕਰਨ ਦੇ ਅੰਦਰ ਔਰ ਝੂਠ ਬੋਲ ਕੇ ਧੋਖਾ ਦੇਣ 'ਚ ਨਾ ਪਾਰਟੀਆਂ ਦਾ ਕੋਈ ਅੰਤਰ ਨਹੀਂ ਹੈ। ਮਿਹਰਬਾਨੀ। ਚਲੋ ਹੁਣ ਆਪਾਂ ਜਿਹੜੇ C2 ਦੇ ਕੌਮੀ ਲੀਡਰ ਆਏ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ, ਉਹਨਾਂ ਨੂੰ ਪੁੱਛਦੇ ਹਾਂ ਵੀ ਕੌਮੀ ਪੱਧਰ ਤੇ ਤੁਸੀਂ ਕਿਸ ਢੰਗ ਨਾਲ लड़ाई लड़ोगे। अब हमारे साथ हैं C2 के ऑल इंडिया के जनरल सेक्रेटरी तपन सेन जी, वेलकम जी। थैंक यू। सेन साहब पहले मेंबर पार्लियामेंट भी रहे हैं और आजकल C2 में काम करते हैं, जनरल सेक्रेटरी, और इंडिया के जो वर्कर हैं, जो गरीब तबका, उनकी अगुवाई करते हैं। क्या हाल है वर्कर का इंडिया में? देखिए, बहुत
दिन पर दिन पिछले कई सालों से दिन पर दिन वर्कर के हालत बहुत खराब होते जा रहा है। क्यों? और वर्कर सिर्फ नहीं, वर्कर का साथ पूरा जनता मिला हुआ है। भाई आम जनता तो वर्कर ही है जी। इधर इंडस्ट्रियल सेक्टर, सर्विस सेक्टर और एग्रीकल्चरल सेक्टर, इवन गवर्नमेंट एम्प्लॉय, इवन गवर्नमेंट एम्प्लॉइज, ये जो है वो दैट कम्स अंडर सर्विस सेक्टर। इसका जो परिस्थिति है, रोजगार है, लगातार इन रियल टर्म्स नीचे जा रहा है और महंगाई ऊंचा जा रहा है। महंगाई का बात जो फिगर निकालते हैं इन्फ्लेशन दर, उससे पूरा समझा नहीं जाता है। कहे ओवरऑल आर्थिक मंदी के चलते इन्फ्लेशन दर के ऊपर भी आता है, वो कम दिखाई देता है, लेकिन आम जनता का जिंदा रहने का जो सामान अगर उसको एकदम अलग किया जाए, खाना, मिनिमम जो सर्विस, पब्लिक यूटिलिटी, ट्रांसपोर्ट, अगर उसको अलग किया जाए, अगर उसको जोड़ के हिसाब किया जाए तो महंगाई दर बहुत ऊंचा लगातार ऊपर जा रहा है। और ऊपर जा रहा है एक मतलब लोगों का जो जिंदा रहने का जो जरूरत है वो पूरा नहीं हो पाता है अपने रोजगार से। तो सामूहिक रूप में सीधा सीधा रोजगार का जो मेन वैल्यू है वो नीचे जा रहा है। इसके साथ साथ और एक जो एडिशनल पॉइंट आया, जो ये सामूहिक आर्थिक मंदी संकट का दौर जो पूंजीवादी व्यवस्था में चल रहा है और पैंडेमिक के जरिए वो और ज़्यादा बड़ा बदतर हो गया है। इसके चलते सीधा सीधा उसका रोजगार का अमाउंट के ऊपर भी हमला हो रहा है। सीधा जो वेतन मिलता था बोला इतना नहीं मिलेगा, करना है तो करो, नहीं तो घर जाओ। बाकी बेरोजगार लोग तो मार्केट में खड़ा है। छटनी भी बहुत हुई। आज जो है रोजगार में उसका रोजगार का कटौती हुई। ऐसे कि गवर्नमेंट सेक्टर में उसका डीए बंद हो गया था, डीपी बंद हो गया था, डीआर बंद हो गया था। ये कभी नहीं हुआ इसको पहले। तो कुल मिला के सीधा सीधा रोजगार पर नीचे, एक तो रोजगार का वैल्यू नीचे जा रहा है महंगाई के चलते, आज साथ साथ सीधा रोजगार पर कटौती आ रहा है। और तीसरा है जो रोजगार में था जो फोर्स, उसको ऊपर भी भारी कटौती हो रहा है, वो नीचे जा रहा है। इसका कारण और चौथा और एक बात है, देखिए जो 4 फैक्टर जो काम करता है, जो रेगुलर वर्कर था वो ठेके में कन्वर्ट कर दिया। तो ये जो पैटर्न हो गया इंटर एम्प्लॉयमेंट का जो रोजगार के दुनिया में, ये सामूहिक रूप से आम जो वर्कर है और साथ साथ उसका परिवार जो जनता का हिस्सा है, एंड ऑल टेकन टुगेदर दे रिप्रेजेंट द मेजॉरिटी ऑफ द पॉपुलेशन। तो उसका हालत दिन पर दिन बदतर होता है। मेन कारण ये नहीं माना जाएगा कि जॉब सिक्योरिटी नहीं रही, निजीकरण और ठेकेदारी, वो तो है ही है, लेकिन अगर मेन कारण ढूंढे, ये जॉब सिक्योरिटी नहीं रही, काहे सामूहिक रूप में जो आर्थिक व्यवस्था है और जो नीति के चलते ये आर्थिक प्रक्रिया चल रहा है, वो नीति के अंदर सिर्फ मुनाफा का दिशा में रखते हुए जो चल रहा है, इससे एक सीधा सीधा इसका असर इसका ऊपर आ रहा है। और इसीलिए हम लोग ये नीति बदलने के जो हमारी जो मांग में मुख्यतः ये नीति का दिशा बदलना है। जनता को जरूरत पूरा करते हुए जो आर्थिक कामकाज, वही देश के अर्थनीति में तरक्की ला सकता है, ये मंदी का स्थिति से निकाल सकता है। ये है ट्रेड यूनियन के अल्टरनेटिव सोच। सिंह साहब, ये जो निजीकरण है, ये डॉक्टर मनमोहन सिंह के समय से चल रहा, कई दहाके हो गए। ट्रेड यूनियन इसको क्यों नहीं रोक सकी? क्या कारण है? वीकनेस आ गई है, कोई तरेड़े पड़ती हैं? प्रॉब्लम ये है ना, आप लोग एक सवाल में एक निर्णय ले लेते हो, क्यों नहीं रोक सकी? कितना निजीकरण हो पाया? 1991 से जो नीति आया डॉक्टर मनमोहन सिंह नरसिम्हा राव का पहल कदमी में, कितना निजीकरण कर पाया? वो 90% वो असफल रहा निजीकरण में। ओके, इट्स अ फैक्ट। आज का डेट में अगर 91 में जितने सारे पब्लिक सेक्टर था और आज के डेट में जो है, अगर आप विचार करें जो कितना रहा कितना गया, कुछ तो बीमारी के चलते बंद हो गया, वो छोड़ दीजिए, लेकिन जो चलने वाला मुनाफा कमाने वाले पब्लिक सेक्टर है
वो तो ज़्यादातर वो तो निजीकरण अभी तक कर नहीं पाया, वो कोशिश चला रहा है। पंजाब के जो सरकारी ऑफिस हैं, गवर्नमेंट के एम्प्लॉई हैं, 30% के करीब जो ठेका सिस्टम में आए हैं, आउटसोर्स के यस एम्प्लॉई हैं। यस, तो ये जो प्रक्रिया है, ये प्रक्रिया तो निजीकरण से हटे हुए प्रक्रिया है ना। ये प्रक्रिया है, ये जो मोदी ने एक स्लोगन दिया है, मिनिमम गवर्नमेंट मैक्सिमम गवर्नेंस, है, इसका अंदर ये सारे साजिश जोड़ा हुआ है। आप देखो जो सरकारी दफ्तरों में जो लोग जा रहा है, रिटायर कर रहा है, उसका जगह में और वो भर्ती नहीं हो रहा है, उसका जगह में ठेके में लिया जा रहा है, नहीं तो काम आउटसोर्स कर रहा है। तो जो मैक्सिमम गवर्नेंस है कौन करेगा? सरकार और नहीं करेगा, पूंजीपतियों ने वो गवर्नेंस करेगा थ्रू ठेका में, उसका ही राज चल रहा है, ठेकादारी में, आउटसोर्सिंग में, उसके चलते वो सरकार चलाएंगे। सरकार की नीति तो हम बोलते हैं बहुत गलत है, पर उसको प्रोटेक्ट करने के लिए एटेक है, C2 है और ट्रेड यूनियन, हम लोग लड़ते हुए जितना है तो इसलिए है। अभी तक मिनिमम वेज का बारे में लड़ाई चल रहा है, ज़्यादातर जगह में हम जहाँ लड़ पाया मिनिमम वेज रख पाया, जहाँ लड़ नहीं पाया उधर रख नहीं पाया। क्यों नहीं लड़ पा रहे? सब जगह में लड़ नहीं पा रहा है। लोगों ने तो हिंदू बन जाता है, मुसलमान बन जाता है, सिख बन जाता है, पंजाबी बन जाता है, हरियाणवी बन जाता है, लड़ते रहते हैं। हमको इसको समझा के इकट्ठा करके जितना हम सका उसी में लड़ाई चल रहा है, उसी में अभी तक जो बचे बुचे है उसके चलते हैं, नहीं तो कब खत्म हो जाता था। आम बोला जाता है जो लाल झंडा है, जिसका जो करंट था, जो नारा था, नारे में गर्ज थी, पावर थी, ताकत थी, वो कमजोर क्यों? अब क्यों ऐसे बोल रहे हो? देखिए, ये पंजाब का जमीन से जो किसान आंदोलन भड़का, ये मोदी को तो 3 किसान आंदोलन कानून को तो बंद रिपील करवा के रहा। अब क्यों बोल रहे हो? ये ताकत थी जो गरजने का ताकत थी, लाल झंडा का ताकत, अकेले लाल झंडे की ताकत, वो लाल झंडा का ही ताकत है। वो लाल झंडा पकड़े ना पकड़े, हमको सरकार से और आवेदन निवेदन से कुछ होने वाला नहीं है, हमको उसके साथ सीधा टकराना है। ये जो सोच है, यही लाल झंडा का सोच है। लाल झंडा ना पकड़ते हुए भी किसानों ने जो कभी नहीं किया इसको पहले, वो पकड़ लिया। तो देखिए लाल झंडा, कितना लोग लाल झंडा पकड़ के कौन सा पार्टी खड़ा है नहीं है, इससे भी महत्वपूर्ण है ये जो सोच है, जो ये सरकार से बातचीत से कुछ होने वाला नहीं है। ये लोग पूंजीपतियों को दलाल बन चुके हैं, इसको साथ टकराते हुए ही हमको कुछ बचाना है तो हम बचा पाएंगे, टकराएंगे तो हम बचा पाएंगे, नहीं टकराएंगे तो हम बचा नहीं पाएंगे। तो ये जो समझ है, ये लाल झंडा का सोच है, वो पूरा देश के मजदूर किसान आंदोलन ये सोच को अपना लिया। तो इससे बड़ा रेलिवेंस, प्रासंगिकता लाल झंडा का विचारधारा का क्या हो सकता है? सिंह साहब, पंजाब में जो अच्छा आदमी होता है, जो ईमानदार होता है, उसको बोलते हैं ये तो कामरेड है। आज भी ये मिथ है, पर इसके बावजूद रिसेंटली जो पंजाब विधानसभा की इलेक्शन है, उसमें CPI CPM के कैंडिडेट कहाँ मिले ही नहीं है, जमानतें जब्त। देखिए, ये डिपेंड करता है उसका संगठन, उसका समझ जो सही है, लेकिन आम जनता के अंदर उसको जो एक ऑटोमेटिक नहीं होता है, एक संगठित ताकत के रूप से उभरना पड़ता है। इसी में कमजोरियां था, इसीलिए नहीं हो पाया, लेकिन सोच तो बना। उसी सोच का तो जीत हुआ। कहे इस विधानसभा चुनाव में जो मेन फोकस था आम जनता का, जो भी है बीजेपी आना नहीं चाहिए, और जो भी है इतना दिन राज करते गया पंजाब में, वो कुछ नहीं किया, उसको भी आना नहीं चाहिए। एक तीसरा ताकत आ गया पंजाब। ये कितना क्या करेगा तो आगे देखने का है, बट लोगों का अंदर जो सोच, जो बदलाव चाहिए, ये बदलाव वाला भावना, ये भी एक बात है जो सरकार में है, वो मनचाही मनमानी करने में उसको डराता है, जो भाई ये करेगा तो फिर हमको भी बदल देगा। तो ये जो बदलाव होना चाहिए, ये जो सोच था, ये सीखा जीत हुआ। पंजाब में आपका जो बदलाव आया, आप आई है, अच्छा कदम है। देखिए, बीजेपी हरा, इससे तो अच्छा मानना ही चाहिए। पंजाब में तो बीजेपी आ ही नहीं रही थी ना। अरे बीजेपी नहीं आया, बीजेपी अकाली मिलकर तो था,
कुछ ना कुछ तो वो था, तो अलग अलग हो गया। वो अलग अलग हो गया, हुआ इसी कारण, कई कारण था। तो इसको जो वो आ नहीं पाया, कहे कांग्रेस का सरकार था, वो चुनाव में जा रहा है, लोगों का अंदर बदलाव का भावना था, नेचुरल ऑल्टरनेटिव कोई बोल सकता था जो वे कांग्रेस नहीं है तो अकला भी वही कॉम्बिनेशन आ जाएगा अलॉन्ग विद कैप्टन अमरिंदर सिंह, यही तो था, लेकिन वो आ नहीं पाया। डेफिनेटली ये पॉजिटिव डेवलपमेंट है। अभी ये पॉजिटिव डेवलपमेंट आम जनता के लिए कितना पॉजिटिव रहेगा, जो चिंता से अपने जिंदगी का जलन के ऊपर खड़ा होकर लोगों ने जो बदलाव चाहा, वो लोगों को, वो चाहत को आप सरकार कितना पूरा कर पाएगा वो देखने का बात है। ऐसे नहीं लगता आम आदमी पार्टी लेफ्ट जो ग्रुप हैं उनको हाशिए में कर रही है, उनकी जमीन पर कब्जा कर रही है? देखिए, जो राजनीतिक मंच में वो जीता है तो जरूर कब्जा भी किया है, लोगों का बदलाव का भावना उसी पर विश्वास रखा है, तभी ना वो आया, तभी ना वो आया। और हम जा लड़ा है लाल वामपंथियों ने, हमारे जो जितने हम लड़ा है, हम तो उसी दिशा में जो सरकार में जाना है वो सोच के भी लड़ा नहीं है, क्या वो परिस्थिति नहीं था। हमारे एक ही चाहत था जो हम सरकार में आएगा इससे भी बेहतर, बहुत जरूरी बात था जो बीजेपी ना आए कांग्रेस का बदले में, का कांग्रेस सिटिंग था, एंटी इनकम्बेंसी ऑलवेज रहता है चुनाव में, उसका बदले में ये ना आ जाए, ये तो हमारे सोच था। तो कम से कम उसी दिशा में तो थोड़ा पॉजिटिव डेवलपमेंट बनना ही पड़ेगा। अभी आगे क्या होगा देखने का है। क्या जो चल रहा है आपका प्रोग्राम, वर्किंग कमेटी की जो मीटिंग चल रही है, समागम चल रहा है, क्या उसमें क्या निकलेगा, क्या प्रोग्राम? ये देखिए, इसमें हम पिछले जो 2 दिन का हड़ताल का निर्णय लिया था जी, वो हड़ताल हुआ, हड़ताल के बाद उसका हम समीक्षा कर रहा है। लोगों ने 20-25 करोड़ के ऊपर मजदूरों ने सारे हिंदुस्तान में इसमें रिस्पॉन्ड किया और उसको दिखाई दिया 2 दिन सारे देश में रेल रोक रहा है, रास्ता रोक रहा है, लोग सिर्फ हड़ताल नहीं किया, हड़ताल करके सड़क पे उतरा बहुत सारे जगह। तो ये जो नीति के खिलाफ और ये स्ट्राइक हुआ एक स्लोगन के सामने रखते हुए, उसका जो मांग था, मांग के साथ साथ बोलता है वो एक मांग था मोदी सरकार की जो नीति चल रहा है देश को बेच देने का, उसका एक विकल्प नीति जो देश को बचाने का नीति था। और इसीलिए स्लोगन था सेव द पीपल सेव द नेशन, जनता बचाओ देश बचाओ। ये आधार पर हुआ, हम उसका समीक्षा कर रहा है। समीक्षा में हम सिर्फ अपना कामयाबी नहीं गिन रहा है, हमारे खामियाबी जो रहा है, कोई भी सांगठनिक प्रक्रिया में ये होता है, हमारे क्या क्या कमजोरी है उसका हम चिन्हित कर रहा है, तैयारी करता है। इसी भावना के साथ जो हम आगे में हमको एक खामिया को दूर करना है, हमारे संगठन का और तब जोरदार करना है। काहे हमला जो चल रहा है और ज़्यादा आक्रामक हमला का हल्ला का संघर्ष का जरूरत है मजदूर आंदोलन में। तो ये सोच के सेक्टर में रहते से फ्रेम में रहते हुए हम चर्चा कर रहा है, अपना तैयारी हम कर रहा है। और एक बात है जो आम ट्रेड यूनियन मिलके ये कर रहा है, सिर्फ बीएमएस बाहर है। और इसी के परिस्थिति को देखते हुए खास करके किसान आंदोलन के जो जीत हुआ और उसको बाद मजदूर आंदोलन जो उसको साथ देते हुए आगे बढ़ा, ये हमला किया, ये लड़ाई के, इसी के जो लोगों का रिस्पॉन्ड देखते हुए सरकार भी डेस्परेट हो गया भाई। तो वो जानते हैं महंगाई में उसका कुछ करने का नहीं है, एकदम बैंकरप्ट बन चुका है। वो जानते हैं जो बैंक से पूंजीपतियों ने पैसा देता है वापस नहीं देता है, उसको वो कानूनी दर्जा दिला रहा है, लेकिन आम लोगों को मिनिमम वेज नहीं मिल रहा है, सामाजिक सुरक्षा नहीं मिल रहा है, हमारे योजना वर्कर को पूरा तनख्वाह नहीं मिल रहा है, उसका वो कोई परवाह नहीं कर रहा है। तीसरा बात है जो और जो समस्या है, जो हमारे देश तो एक फेडरल स्टेट है, राज्य का अधिकार है, केंद्र का अधिकार है। ये फेडरलिज्म का ऊपर ज़बरदस्त हमला हो रहा है जो हमारे देश के एकता का लिए बड़ा हानिकारक है। हमारे देश है हिंदी बोलने वाला है, पंजाबी बोलने वाला है, हरियाणवी बोलने वाला है, तमिल बोलने वाला है, अलग अलग है। इट इज़ एन यूनियन ऑफ स्टेट्स, है ना।
तो इसमें जो राज्य का जो अधिकार, उसका जो सम्मान अगर नहीं रहेगा तो इसमें बिखरा होगा। जो चल रहा है देखो, पंजाब हरियाणा का अंदर वो पानी का बारे में टकराव, राजधानी का बारे में टकराव, जो कौन होगा, आप बहुत अवेयर हो पंजाब के बारे में, बहुत अवेयर हो आप। तो अचानक करता है। राजीव लंगोवाल जो अकॉर्ड हुआ था, जो आशा किया था इसी में समाधान होगा, लेकिन एक भी बिंदु इम्प्लीमेंट नहीं किया। और इसी में हम सिर्फ मोदी सरकार को नहीं बोलेंगे, राजीव सरकार के समय से ही ये लोग इसको लागू करने का कोई कदम नहीं उठाया। इसी में जो वातावरण बना, इसी के दौरान मोदी भी समझ रहा है जिसको एड्रेस नहीं किया जा सकता है तो कैसे किया जा सकता है। अब हमारे साथ हैं डॉक्टर हेमलता, जो C2 के नेशनल लेवल के प्रेसिडेंट हैं। मैडम, क्या प्रोग्राम चल रहा है? अभी हमारा CITU का ऑल इंडिया वर्किंग कमेटी का मीटिंग चल रहा है, जिसमें पूरा क्या एजेंडा है इसमें? एजेंडा मेनली एक अभी जो 28 और 29 मार्च का हड़ताल हुआ 2 दिन का, उसके बारे में एक समीक्षा और आज का स्थिति पूरा देश में। एक तो हम जो देख रहे हैं बीजेपी में जो केंद्र सरकार है, सरकार का जो नीति है, आर्थिक नीति है, और उसमें मजदूर का ऊपर हमला चल रहा है। उनका जो अधिकार है, बुनियादी अधिकार, उसको छीनने का लेबर कोड्स अभी पारित कर दिया है। अभी बोल रहे हैं कि जुलाई से हम उसको इस्तेमाल करेंगे। अगर वो कोड इस्तेमाल हो जाएगा तो मजदूर को हड़ताल में जाने का तो असंभव हो जाएगा, संगठन बनाने भी मुश्किल हो जाएगा। अभी भी हमने देखा जो 28-29 का हड़ताल में मार्च का, अलग अलग जगह में कई रोक लगा दिया कि हड़ताल में नहीं जा सकते। डिफेंस का ऊपर तो आप जानते हैं, एस्मा डिफेंस एसेंशियल सर्विसेज मेंटेनेंस एक्ट करके, हाँ, आंगनवाड़ी का दिल्ली में लगा दिया। तो ऐसा अलग अलग जब भी मजदूर हड़ताल में जाते हैं या कुछ ये करते हैं संघर्ष करने का, तो उनका ऊपर एक किया जाता है। अभी नया एक तरीका है कि मजदूर जब धरना प्रदर्शन भी करना जा रहे हैं तो उनको घर में हाउस अरेस्ट कर रहे हैं। अलग अलग राज्यों में रेलवे स्टेशन में उनको रोक दिया जा रहा है, बस स्टेशन में रोक दिया जा रहा है। जो बस में जाते हैं उनको बीच में पकड़ के उतार देते हैं ताकि वो नहीं जा सके। तो नो वर्क नो पे, ये तो चल ही रहा है, वो तो चल रहा है। तो ऐसा अलग अलग तरीके से मजदूर का अधिकार को छीना जा रहा है। तो इसलिए ये एक मुद्दा है। दूसरा तरफ जब मजदूर का एकता बन रहा है, हड़ताल में भी हम देखा कि एकता मजबूत हो रहा है। और दूसरा है कि मजदूर और किसानों के मजबूरी बन गई मेरा ख्याल, एकता मजबूरी है, जरूरी है मजदूर का। और ऐसे ही जब इकट्ठा काम करते हैं, एक ही जैसा सिचुएशन फेस करते हैं, तो वो नेचुरली आता है। और मजदूर का एकता, मजदूर और किसानों के बीच में एकता भी अभी बढ़ रहा है। जो किसान आंदोलन है हमने देखा, तो अभी इस एकता को छीनने का कोशिश चल रहा है। तो जात के नाम पे, धर्म के नाम पे, भाषा के नाम पे, अलग अलग तरीके से ये RSS, बीजेपी और उनका जो अलग अलग परिवार है। अभी हम जो जहांगीरपुरी में देखा, दिल्ली में, कर्नाटक में देखा, हिजाब के नाम पे, हलाल के नाम पे, और राम नवमी के टाइम पे, नवरात्रि के टाइम पे आप मीट नहीं खा सकते हैं, मीट नहीं बेच सकते हैं। ये सारा तो लेकर जो हो रहा है कि इसको मेनली क्या है, इसका कारण ये नहीं, लोग अवेयर ही नहीं अपनी डिमांड के बारे में, अपने अधिकार के बारे में। अधिकार के बारे में अवेयरनेस कम है, वो तो है। लेकिन जब अवेयरनेस बढ़ता है और इकट्ठा होकर लड़ना शुरू करते हैं और वो लड़ाई संघर्ष बढ़ता जा रहा है, जैसे कि हम पिछले साल में देखा, अलग अलग सेक्टर का लोग भी संघर्ष में जा रहे हैं, मिलके भी जा रहे हैं, मजदूर और किसान भी मिलके जा रहे हैं। तो अभी इनके पास एक ही है कि इनका तोड़ना और लोगों का जो डिस्ट्रैक्ट करना, डाइवर्ट करना, जो उनका बुनियादी जो सीरियस इश्यूज है, अनएम्प्लॉयमेंट है आज का दिन में, इतना ये प्राइस राइज बढ़ रहा है, हर चीज़ का दाम बढ़ रहा है, वेजेस नहीं बढ़ रहा है, एम्प्लॉयमेंट कम हो रहा है, इनकम कम हो रहा है। तो ये जो क्राइसिस है ये इनका नीतियों के वजह से है। तो उससे डाइवर्ट करके स्ट्रगल्स को वीकेंड करने के लिए ये सारा उठा रहे हैं। मैं तपन सिंह जी से भी सवाल किया था भी ये तो डॉक्टर मनमोहन सिंह
उनके टाइम से चल रहा है, निजीकरण, प्राइवेटाइजेशन, ठेकेदारी सिस्टम। लगता नहीं है ट्रेड यूनियन वीक हुई है, वो स्ट्रॉन्ग नहीं हुई, या लाल झंडे की बात करें वो जो करंट था उसमें कितने कितने कमी आई है? नहीं, ट्रेड यूनियंस का जो ऑर्गेनाइज सेक्टर ही कम हो रहा है, ऐसा नहीं ट्रेड यूनियन जनरली वीक हुआ ऐसा नहीं बोल सकते हैं, क्योंकि अगर आप देखेंगे कि ट्रेड यूनियन का जो हड़ताल है उसमें पार्टिसिपेशन बढ़ता जा रहा है। हमारा देश में भी 91 में हमने जो स्ट्राइक किया जब ये पॉलिसी शुरू हुआ, और अभी लेटेस्ट हड़ताल में जितने लोग शामिल थे, काफ़ी ज़्यादा लोग शामिल थे, कई गुना ज़्यादा, पहले बहुत लोग शामिल थे। उस समय हमने बोला कि 1.5 करोड़ लोग हैं, अभी हमारा लगभग 25 करोड़ लोग उसमें शामिल हुए हैं। एंड द सपोर्ट इट इज़ गेटिंग। तो अभी इस बार गांव-गांव में, मतलब हालांकि हमारा इतना बड़ा देश है, सभी गांव में नहीं गया हम मानते हैं, लेकिन पहले से ये गांव तक भी गया है। संयुक्त किसान मोर्चा सपोर्ट किया है, और जो बड़ा बड़ा किसान और खेत मजदूरों का संगठन है पूरा देश में, वो लोग समर्थन किया, महिलाओं का संगठन, युवा छात्र, ऐसा जो नीचे स्तर को भी ये मुद्दा गया है। लेकिन इसको और भी लेके जाने का ज़रूरत है, ये हम मानते हैं कि हमारा जो ताकत है इतना ज़्यादा नहीं है, बढ़ाने के लिए भी हम यहाँ बात कर रहे हैं, हमारा संगठन को कैसा मजबूत किया जाए। उनका जो मजदूर का जो अवेयरनेस है इस पॉलिसीज़ के बारे में, जैसे आपने बताया मनमोहन सिंह जी का टाइम से ये शुरू हुआ, उसके बाद में जो भी सरकार आया उसी को लागू करते गए हैं, और अभी ये और भी तेज़ी से, और इसका ये रिफ्लेक्शन है कि ये सिस्टम का आज जो नया उदारीकरण का नीति चला रहे हैं वो इस इश्यूज़ का समाधान करने का क्षमता नहीं है, एक फेल्यूर है। तो वो अवेयरनेस भी हमको मज़दूर के पास, लोगों के पास लेके जाना ज़रूरी है, और अल्टरनेटिव्स भी प्रोजेक्ट करना ज़रूरी है कि इस नीतियों का क्या अल्टरनेटिव है। तो वही हम यहाँ चर्चा कर रहे हैं, और यहाँ से एक ठोस प्रोग्राम हम लेके जाएंगे, जिसको एक तो हमारा अपना संगठन को मजबूत करना, दो यूनाइटेड ट्रेड यूनियन मूवमेंट है उसको मजबूत करना, किसान और खेत मजदूर के साथ मिलकर जो संघर्ष, वो एकता को और संघर्ष को मजबूत करना, तो और लोगों का मुद्दा भी उठाना, जैसे प्राइस राइज है, अनएम्प्लॉयमेंट है, ये सारा, तो वो मुद्दा भी उठा के आम जनता का समर्थन भी लेना। मैं पंजाब की बात करना चाहता हूँ, आपके लीडर बड़े हैं इधर, उषा रानी जी ने और हैं। पंजाब के सरकारी ऑफिस में 1 लाख से ज़्यादा ठेका सिस्टम से, आउटसोर्स से काम कर रहे हैं, शोषण हो रहा है। कोई इन इस वर्क के लिए हाँ वही है, तो वो तो एक मुद्दा है, ये सिर्फ पंजाब का बात नहीं है। जो आउटसोर्सिंग, कॉन्ट्रैक्टराइजेशन, काफ़ी राज्यों में हम उनको ऑर्गेनाइज भी कर रहे हैं, लेकिन वो भी जैसे मैंने बताया, आज का दिन में हमारा काम भी बढ़ा है, लोगों का पार्टिसिपेशन भी बढ़ा है, लेकिन जितना ज़रूरी है उसके मुताबिक बहुत सारा काम करना है। तो आउटसोर्स्ड एम्प्लॉयज़ को ऑर्गेनाइज़ करना है, कॉन्ट्रैक्ट वर्कर्स को ऑर्गेनाइज़ करना है, पब्लिक सेक्टर को ऑर्गेनाइज़ करना है, मॉडर्न ऑर्गेनाइज्ड इंडस्ट्रीज़ में ऑर्गेनाइज़ करना है, ये सारा काम है। तो उसी के बारे में हम चर्चा कर रहे हैं। नेशनल लेवल पर कितनी ट्रेड यूनियन जो स्ट्रॉन्ग है, एक्टिव है, और उनमें कितनी ये यूनिटी से बाहर हैं जो आपने संगठन है? ये जॉइंट ट्रेड यूनियन प्लेटफॉर्म में 10 ट्रेड यूनियंस हैं, INTUC, AITUC, HMS, CITU, AIUTUCI, CCTU, ये सारा है जी। तो उनका अपना अपना, सभी एक ही जैसा मजबूत नहीं है, कुछ जगह में कुछ यूनियन मजबूत है, कुछ जगह में और कुछ है, और नेशनल लेवल पे भी सबका एक ही जैसा ये नहीं है। एक तो स्ट्रेंथ नहीं है जो मेंबरशिप के हिसाब से मापा जाता है, इंटरवेंशन कैपेसिटीज़ और इंटरवेंशन भी डिफरेंसेस हैं, लेकिन बात यह है कि ये 10 ट्रेड यूनियन मिल के काम कर रहे हैं। जो चार्टर ऑफ डिमांड्स है, प्रोग्राम ऑफ एक्शन है, एक आम सहमति से मिलकर काम कर रहे हैं। पिछले 2009 से हम काम करते आ रहे हैं मिलके, उस समय BMS भी था, अभी BMS नहीं है 2015 से, लेकिन जो बाकी ट्रेड यूनियन से मिलके ये सारा प्रोग्राम्स ले रहे हैं। ये 2 दिन का हड़ताल भी ये जॉइंट ट्रेड यूनियन प्लेटफॉर्म से ही लिया गया है, और ब्रॉड पॉलिसीज़ के बारे में, एकता के बारे में, संघर्ष के बारे में, ये सभी 10 ट्रेड यूनियन में एक आम सहमति है। तो इसको और भी स्ट्रेंथन करके आगे लेके जाना है। नेक्स्ट एक्शन प्रोग्राम
नेक्स्ट एक्शन प्रोग्राम हम मिलेंगे, क्योंकि अभी ये हड़ताल के बाद तो टाइम नहीं था, अलग अलग प्रोग्राम्स में व्यस्त थे। अभी इसके बाद हम जाएंगे, कल जाने के बाद बाकी ट्रेड यूनियन से संपर्क करके फिर मिलके वहाँ नेक्स्ट प्रोग्राम तय करेंगे। थैंक यू वेरी मच फॉर ਸੀਟੂ ਦੇ ਆਲ ਇੰਡੀਆ ਦਾ ਜਿਹੜਾ ਪ੍ਰੋਗਰਾਮ ਚੱਲਦਾ ਹੈ ਉਹਦੀ ਇੱਕ ਝਲਕ ਤੁਹਾਨੂੰ ਦਿਖਾਉਂਦੇ ਆ। ਮੈਡਮ ਹਰਜੀਤ ਕੌਰ ਜਿਹੜੇ ਪੰਜਾਬ ਦੇ ਆਂਗਨਵਾੜੀ ਵਰਕਰ ਯੂਨੀਅਨ ਦੇ ਵੱਡੇ ਲੀਡਰ ਨੇ, ਮੈਡਮ ਇਹ ਕੀ ਪ੍ਰਵਾਹ ਚੱਲ ਰਿਹਾ? ਪਰਿਵਾਰ ਤਾਂ ਇਹ ਹੈ, ਕਿਉਂਕਿ ਪੰਜਾਬ ਦੇ ਵਿੱਚ ਜਦੋਂ ਵੀ ਪ੍ਰਾਹੁਣੇ ਆਉਂਦੇ ਨੇ ਉਹਨਾਂ ਦੀ ਆਪਾਂ ਆਓ ਭਗਤ ਕਰਦੇ ਆ, ਕਿਉਂਕਿ ਸਾਡੀ ਆਲ ਇੰਡੀਆ ਦੀ CI2 ਦੀ ਮੀਟਿੰਗ ਹੈ, ਉਹਦੇ ਵਿੱਚ ਸਾਡੀ ਜਿਹੜੀ ਸਟੇਟ ਦੇ ਸਾਰੇ ਅਹੁਦੇਦਾਰ ਹੈ ਉਹ ਅਸੀਂ ਵਲੰਟੀਅਰ ਬਣ ਕੇ ਉਹਨਾਂ ਦੀ ਸੇਵਾ ਕਰ ਰਹੇ ਆ। ਅੱਜ ਜਿਹੜਾ ਵੀ ਸਾਨੂੰ ਬੜਾ ਚਾਅ ਚੜਿਆ ਹੋਇਆ ਵੀ ਸਾਡੇ ਘਰ 'ਚ ਵਿਆਹ ਦੀ ਤਰ੍ਹਾਂ ਹੈ, ਤੇ ਅੱਜ ਅਸੀਂ ਸਾਰੇ ਜਿਹੜੇ ਲੀਡਰ ਹੀ ਆ, ਸਾਰੇ ਤਕਰੀਬਨ ਜ਼ਿਲ੍ਹਿਆਂ ਦੇ ਆ ਤੇ ਬਲਾਕਾਂ ਦੇ ਆ, ਸਾਰੇ ਪੰਜਾਬ ਦੇ ਵਿੱਚੋਂ ਅਸੀਂ ਬੁਲਾਏ ਹੋਏ ਨੇ, ਤੇ ਅਸੀਂ ਮਨ ਸਾਡਾ ਖੁਸ਼ ਹੁੰਦਾ, ਅਸੀਂ ਆਪਣੇ ਹੱਥਾਂ ਨਾਲ ਉਹਨਾਂ ਨੂੰ ਰੋਟੀ ਪਰੋਸਦੇ ਆ। ਅੱਜ ਅਸੀਂ ਹੁਣ ਸਲਾਦ ਕੱਟ ਰਹੇ ਆ, ਪਹਿਲਾਂ ਉਹਨਾਂ ਦੇ ਖਾਣ ਵਾਸਤੇ ਇੰਤਜ਼ਾਮ ਕੀਤਾ, ਸਵੇਰੇ ਚਾਹ ਬਣਾ, ਚਾਹ ਤੇ ਪਕੌੜੇ ਸਾਰਾ ਕੁਝ ਖਿਲਾਇਆ। ਤੇ ਵੱਖ-ਵੱਖ ਸਟੇਟਾਂ ਤੋਂ ਆਏ ਨੇ, ਉਹਨਾਂ ਲਈ ਫਿਰ ਖਾਣਾ ਵੀ ਉਦਾਂ ਦਾ ਬਣਾਉਂਦੇ ਜੇ? ਨਹੀਂ, ਅਸੀਂ ਖਾਣਾ ਜਿਹੜਾ ਸਾਰਾ ਉਹ ਕਹਿੰਦੇ ਵੀ ਅਸੀਂ ਉਧਰਲਾ ਤਾਂ ਸਾਰੇ ਸਟੇਟਾਂ ਦਾ ਖਾਣਾ ਖਾਂਦੇ ਆ, ਵੀ ਅਸੀਂ ਜੋ ਪੰਜਾਬ ਦੇ ਵਿੱਚ ਜੋ ਆ ਅਸੀਂ ਉਹੀ ਸਾਨੂੰ ਖਾਣਾ ਜਿਹੜਾ ਪੰਜਾਬ ਦੇ ਬਣਾ ਕੇ ਦਿਓ। ਅੱਜ ਅਸੀਂ ਤਰ੍ਹਾਂ ਦੇ ਜਿਹੜੇ, ਇੱਕ ਦਿਨ ਅਸੀਂ ਪੂਰੀਆਂ ਛੋਲੇ ਬਣਾਏ, ਦੂਸਰੇ ਦਿਨ ਅਸੀਂ ਜਿਹੜਾ ਆਪਣਾ ਰੋਟੀ ਬਣਾਈ, ਤੇ ਤੀਸਰੇ ਦਿਨ ਅੱਜ ਅਸੀਂ ਮੱਕੀ ਦੀ ਰੋਟੀ, ਸਾਗ ਤੇ ਨਾਲ ਜਿਹੜੀ ਲੱਸੀ ਉਹਨਾਂ ਦਾ ਕੱਲ ਖਾਸ ਸੀ ਵੀ ਅਸੀਂ ਲੱਸੀ ਆ ਜਿਹੜੀ ਬਹੁਤ ਹੋਇਆ, ਤੇ ਸਾਗ ਅੱਜ ਅਸੀਂ ਸਾਗ ਤੇ ਮੱਕੀ ਰੋਟੀ ਆ ਤੇ ਜਿਹੜਾ ਉਹ ਬਣਾ ਰਹੇ ਉਹਨਾਂ ਦੇ ਫੇਵਰਟ ਹੈ, ਤੇ ਅਸੀਂ ਆਪਣਾ ਹੀ ਜਿਹੜਾ ਪੰਜਾਬ ਦਾ ਹੀ ਖਾਣਾ ਉਹਨਾਂ ਨੇ ਬਹੁਤ ਪਸੰਦ ਕੀਤਾ, ਤੇ ਅੱਜ ਅਸੀਂ ਜਿਹੜਾ ਵੀ ਉਹਨਾਂ ਨੂੰ ਉਹ ਖਾਣਾ ਖਿਲਾ ਰਹੇ ਹਾਂ। ਹਾਂਜੀ, ਪਰੌਠੇ ਖਿਲਾਏ, ਇੱਕ ਦਿਨ ਅਸੀਂ ਆਲੂ ਵਾਲੇ ਪਰੌਠੇ ਖਿਲਾਏ, ਇੱਕ ਦਿਨ ਪੂਰੀਆਂ ਖਿਲਾਈਆਂ, ਤੇ ਦੂਸਰੇ ਦਿਨ ਅਸੀਂ ਮਿੱਸੀ ਰੋਟੀ ਖਿਲਾਈ ਉਹਨਾਂ ਨੂੰ, ਉਹਦੇ ਨਾਲ ਮੱਖਣ ਦੇ ਨਾਲ ਤੇ ਦਹੀਂ ਦੇ ਨਾਲ, ਬੜੇ ਹੀ ਖੁਸ਼ ਹੋਏ। ਚਾਹ ਦੇ ਨਾਲ ਜਿਹੜੇ ਅਸੀਂ ਕੱਲ ਸਮੋਸੇ ਖਿਲਾਏ, ਤੇ समोसा भी कहते इतना बड़ा समोसा था, बाकी स्टेटों में तो मिलता ही नहीं है, इतना टेस्टी था। तो वो कल बेसन खिलाया सी, ते बड़े जो लोग थे बड़े खुश। कल गरम जलेबी बनाई थी रात। ਜਿਹੜੇ ਮੁੱਖ ਪ੍ਰਬੰਧਕ ਨੇ ਊਸ਼ਾ ਰਾਣੀ, ਜਿਹੜੇ ਆਲ ਇੰਡੀਆ ਆਂਗਨਵਾੜੀ ਯੂਨੀਅਨ ਦੇ ਵੀ ਪ੍ਰਧਾਨ ਨੇ ਔਰ C2 ਦੇ ਕੌਮੀ ਸਕੱਤਰ ਵੀ ਨੇ। ਮੈਡਮ ਪਹਿਲਾਂ ਤਾਂ ਇਹ ਦੱਸੋ ਵੀ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਵਰਕਿੰਗ ਕਮੇਟੀ ਦੀ ਮੀਟਿੰਗ, ਇਹਦਾ ਮੇਨ ਏਜੰਡਾ ਕੀ ਹੈ? ਜੇ ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨੂੰ ਨਮਸਕਾਰ। ਤੇ ਇਹ ਜਿਹੜੀ ਮੀਟਿੰਗ ਏਜੰਡਾ ਹੈ, ਜਿਹੜੀ ਦੇਸ਼ ਦੇ ਅੰਦਰ ਮਜ਼ਦੂਰਾਂ ਦੇ ਉੱਪਰ ਹਮਲੇ ਹੋ ਰਹੇ ਨੇ, ਕਿਸਾਨਾਂ ਦੇ ਉੱਪਰ ਹਮਲੇ ਹੋ ਰਹੇ ਨੇ, ਲਗਾਤਾਰ ਮਹਿੰਗਾਈ ਵੱਧ ਰਹੀ ਹੈ ਔਰ ਨਿੱਜੀਕਰਨ ਕੀਤਾ ਜਾ ਰਿਹਾ ਤੇ ਪਬਲਿਕ ਸੈਕਟਰ ਨੂੰ ਵੇਚਿਆ ਜਾ ਰਿਹਾ, ਇਹ ਦੇਸ਼ ਦੇ ਅੰਦਰ ਇੱਕ ਬਹੁਤ ਬੜੀ ਚਿੰਤਾ ਦਾ ਵਿਸ਼ਾ ਹੈ। ਤੇ ਅਸੀਂ ਮਜ਼ਦੂਰ ਜਮਾਤ ਦੀ ਅਗਵਾਈ ਕਰਦੇ ਹਾਂ, ਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਸਮੇਂ ਦੇ ਹਮਲੇ ਨੇ ਔਰ ਜਨਤਾ ਦੇ ਉੱਪਰ ਉਹ ਹਮਲੇ ਚੋਟ ਕਰਦੇ ਨੇ, ਤੇ ਉਹਨਾਂ ਦੇ ਵਿਚਾਰ ਚਰਚਾ ਕਰਕੇ ਅਸੀਂ ਜਨਤਾ ਨੂੰ ਮੋਟੀਵੇਟ ਕਰਕੇ ਉਹਨਾਂ ਹਮਲਿਆਂ ਦੇ ਖਿਲਾਫ ਮੂਵ ਕਰੀਏ। ਓਕੇ, C2 ਦੇ ਜਿਹੜੇ ਪ੍ਰੈਜ਼ੀਡੈਂਟ ਨੇ ਨੈਸ਼ਨਲ ਡਾਕਟਰ ਹੇਮਲਤਾ, ਤੇ ਇਸੇ ਤਰ੍ਹਾਂ ਜਨਰਲ ਸਕੱਤਰ ਤਪਨ ਸੇਨ, ਉਹਨਾਂ ਨਾਲ ਗੱਲ ਕੀਤੀ ਹੈ ਔਰ ਆਲ ਇੰਡੀਆ ਲੈਵਲ 'ਤੇ ਬੜੀ ਚਰਚਾ ਹੋਈ ਹੈ। ਥੋੜ੍ਹੀ ਤੁਸੀਂ ਪੰਜਾਬ ਦੇ ਲੀਡਰ ਜੇ C2 ਦੇ ਮੁੱਖ ਜਿਹੜੇ ਧੁਰੇ ਮੰਨੇ ਜਾਂਦੇ ਜੇ, ਥੋੜ੍ਹਾ ਇਹ ਦੱਸੋ ਵੀ ਪੰਜਾਬ 'ਚ ਟ੍ਰੇਡ ਯੂਨੀਅਨ ਦੀ ਕੀ ਹਾਲਤ ਆ? ਜੇ ਆਪਾਂ ਐਗਜ਼ੈਂਪਲ ਦੀ ਗੱਲ ਕਰੀਏ, ਪਹਿਲੋਂ ਬਾਦਲ ਸਰਕਾਰ ਨੇ ਕਿਹਾ ਸੀ ਠੇਕਾ ਮੁਲਾਜ਼ਮ ਰੈਗੂਲਰ ਕਰ ਦਾਂਗੇ, ਨਹੀਂ ਕੀਤੇ। ਫਿਰ ਕੈਪਟਨ ਸਰਕਾਰ ਆਈ, ਉਹ 4.5 ਲਾਰੇ ਲਾਉਂਦੀ ਰਹੀ, 4.5 ਸਾਲ। ਫਿਰ ਚੰਨੀ ਸਾਹਿਬ 111 ਦਿਨ ਵਾਅਦੇ ਕਰਦੇ ਰਹੇ, ਸਾਰੀਆਂ ਕੰਧਾਂ 'ਤੇ 36,000 ਰੈਗੂਲਰ ਕਰਨ ਦੀ ਗੱਲ ਕਰਤੀ। ਫਿਰ ਹੁਣ ਭਗਵੰਤ ਮਾਨ ਉਹਨਾਂ ਨੇ 36,000 ਦੀ ਥਾਂ 35,000 ਰੈਗੂਲਰ ਕਰਨ ਦੀ ਗੱਲ ਕੀਤੀ ਹੈ। ਇਹ ਇੰਨੇ ਚਿਰ ਤਾਂ ਲਟਕਿਆ ਕਿਉਂ ਪਿਆ ਮਸਲਾ? ਨਿੱਜੀਕਰਨ, ਠੇਕੇਦਾਰੀ ਸਿਸਟਮ ਕਿਉਂ ਪਿਆ ਪਸਾ ਰਿਹਾ ਪੰਜਾਬ 'ਚ? ਐਕਚੁਅਲੀ ਪੰਜਾਬ ਦੀ ਜਿਹੜੀ ਪਾਲਿਸੀ ਹੈ ਪੋਲੀਟੀਕਲ ਲੋਕਾਂ ਦੀ, ਉਹ ਭਾਵੇਂ ਅਕਾਲੀ BJP ਰਹੇ ਹੋਣ, ਭਾਵੇਂ ਕਾਂਗਰਸ ਰਹੇ ਔਰ ਭਾਵੇਂ ਇੱਕ ਨया ਚਿਹਰਾ ਆ ਗਿਆ, ਪਰ ਕਿਸੇ ਦੀ ਵੀ ਨੀਤੀ ਦੇ ਵਿੱਚ ਕੋਈ ਚੇਂਜ ਨਹੀਂ ਹੈ। ਭਾਵੇਂ ਆਪਣੇ ਲੋਕ ਲੁਭਾਉਣੇ ਲਾਰੇ ਲੈ ਕੇ, ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ, ਨਵੇਂ ਨਕਲੀ ਮੈਨੀਫੈਸਟੋ ਬਣਾ ਕੇ ਸਾਡੇ ਲੋਕਾਂ ਨੇ ਇੱਕ ਬਦਲਾਅ ਦੀ ਉਮੀਦ ਦੇ ਨਾਲ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਜਿਹੜੇ ਹਾਲਾਤ 1 ਮਹੀਨਾ ਪੂਰਾ ਹੋਣ ਤੋਂ ਦਿਖਦੇ ਆ, ਉਹਦੇ ਵਿੱਚ ਨਹੀਂ ਲੱਗਦਾ ਕਿ ਕਿਤੇ ਸਿਸਟਮ 'ਚ ਬਦਲਾਅ ਆਊਗਾ। ਇਹਦੇ ਵਿੱਚ ਵੀ ਇਹ ਲੱਗਦਾ ਕਿ ਪੰਜਾਬ ਦੇ ਸੁਪਨਿਆਂ ਦਾ ਕਤਲ ਹੋਣ ਵਾਲਾ ਹੈ। ਜਿਹੜਾ ਨੌਜਵਾਨਾਂ ਨੇ ਇੱਕ ਨਵਾਂ ਸੁਪਨਾ ਦੇਖਿਆ, ਕਤਲ ਹੋਣ ਵਾਲਾ ਹੈ, ਕਿਉਂਕਿ ਜਿਹੜੇ ਸੁਪਨੇ ਨੌਜਵਾਨਾਂ ਨੂੰ ਦਿਖਾਏ ਸੀ ਕਿ ਹਰ ਨੂੰ ਰੋਜ਼ਗਾਰ ਮਿਲੇਗਾ, ਐਜੂਕੇਸ਼ਨ ਸਿਸਟਮ ਸੁਧਾਰਿਆ ਜਾਏਗਾ। ਮਾਨ ਸਾਹਿਬ ਕਹਿੰਦੇ 25,000 ਭਰਤੀ ਕਰਦੇ ਨੇ। ਭਰਤੀ ਪੰਜਾਬ ਦੇ ਵਿੱਚ ਲੱਖਾਂ ਬੇਰੋਜ਼ਗਾਰ ਨੇ,
25,000 ਨਾਲ ਪੰਜਾਬ ਦੀ ਬੇਰੋਜ਼ਗਾਰੀ ਖਤਮ ਹੋਣ ਵਾਲੀ ਨਹੀਂ ਹੈ। ਲੱਖ ਤੋਂ ਜ਼ਿਆਦਾ ਲੋਕ ਤਾਂ ਟੈਟ ਪਾਸ, ਪੀ ਟੈਟ, ਐਸ ਟੈਟ, ਸੀ ਟੈਟ High ਸਭ ਕੁਝ qualified ਹੈ। ਨਹੀਂ, ਜਿਹੜੀ ਕਿ ਕੁਆਲੀਫਿਕੇਸ਼ਨ ਤੋਂ ਬਾਅਦ ਟੀਚਰ ਦੀ ਐਲੀਜੀਬਿਲਟੀ ਦੇ ਉਹ ਵੀ ਕਲੀਅਰ ਕੀਤੇ ਹੋਏ ਨੇ। ਇਕੱਲੇ ਟੀਚਰ ਹੀ, ਕੱਲੇ ਟੀਚਰ ਹੀ। Okay. ਬਾਕੀ ਕਿੰਨੇ ਬਿਜਲੀ ਵਾਲੇ ਨੇ, ਬੀ ਟੈਕ ਨੇ, ਔਰ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਨੇ, ਕਿੰਨੀ ਹਸਪੀਟਲ ਦੇ ਵਿੱਚ ਨਰਸਾਂ ਨੇ। ਡਿਗਰੀਆਂ ਦੀ ਤਾਂ ਗਿਣਤੀ ਨਹੀਂ ਹੈ ਹੀ ਨਹੀਂ ਕਿ ਕਿੰਨੀ ਡਿਗਰੀ ਹੋਲਡਰ ਨੇ ਜਿਹੜੇ ਬੇਰੋਜ਼ਗਾਰ ਨੇ। ਤੇ ਉਹ ਇਸ ਕਰਕੇ ਜਿਹੜੇ ਲੋਕਾਂ ਨੂੰ ਸੁਪਨੇ ਦਿਖਾਏ, ਉਹ ਜੋ ਐਜੂਕੇਸ਼ਨ ਦੀ ਗੱਲ ਕਰਦੇ ਆ, ਇਹ ਪਹਿਲੀ ਕੋਈ ਸਰਕਾਰ ਹੋਊਗੀ ਜਿਹਦੇ ਮਹੀਨੇ ਦੇ ਅੰਦਰ ਧਰਨੇ ਲੱਗਣੇ ਸ਼ੁਰੂ ਹੋ ਗਏ। ਐਜੂਕੇਸ਼ਨ ਮਿਨਿਸਟਰ ਮੀਤ ਹੇਰ ਹੈ, ਉਹਨਾਂ ਦੇ ਘਰ ਦੇ ਬਾਹਰ ਧਰਨੇ ਲੱਗੇ ਕਿਉਂਕਿ ਆਉਣ ਤੋਂ ਪਹਿਲਾਂ ਲੋਕਾਂ ਨੂੰ ਧਰਨੇ ਲੱਗੇ ਤੇ ਧਰਨੇ ਲੱਗਣ ਵਾਲਿਆਂ ਤੇ ਐਕਸ਼ਨ ਵੀ ਹੋਇਆ। ਐਕਸ਼ਨ ਵੀ ਆ, ਛੁੱਟੀਆਂ ਕੈਂਸਲ ਕਰਦੀ ਕਿ ਛੁੱਟੀ ਲੈ ਕੇ ਧਰਨੇ ਤੇ ਵੀ ਨਹੀਂ ਜਾ ਸਕਦੇ। ਉਹ ਉਹਨਾਂ ਤੋਂ ਵੀ ਇੱਕ ਕਦਮ ਅੱਗੇ ਚਲੇ ਗਏ। ਜਿਹੜੇ ਪੁਰਾਣੇ ਸੀ ਉਹਨਾਂ ਨੇ ਕਹਿੰਦੇ ਸੀ ਵੀ ਤੁਸੀਂ ਧਰਨੇ ਤੇ ਜਾ ਨਹੀਂ ਸਕਦੇ, ਲੋਕ ਛੁੱਟੀ ਲੈ ਕੇ ਚੱਲ ਗਏ। ਤੇ ਇਹਨਾਂ ਨੇ ਕਿਹਾ ਵੀ ਜੋ ਛੁੱਟੀ ਲੈ ਕੇ ਧਰਨੇ ਤੇ ਗਏ ਉਹਨਾਂ ਦੇ ਖਿਲਾਫ ਐਕਸ਼ਨ ਕਰੋ। ਤੁਹਾਡਾ ਮਤਲਬ ਧਰਨਿਆਂ ਤੇ ਵੀ ਬੈਨ ਲੱਗ ਜਾਊਗਾ। ਤਾਂ ਇਹ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ, ਦੇਖੋ ਬੈਨ ਦੀ ਕੋਸ਼ਿਸ਼ ਕਾਂਗਰਸ ਨੇ ਵੀ ਕੀਤੀ, ਪਰਚੇ ਦਰਜ ਕੀਤੇ, ਲਾਠੀ ਚਾਰਜ ਕਰਵਾਏ, ਜੇਲ੍ਹਾਂ 'ਚ ਬੰਦ ਕੀਤੇ, ਪਰ ਲੜਨ ਵਾਲੇ ਲੋਕ ਕਦੇ ਬੰਦ ਹੋਏ ਨਹੀਂ। ਦਰਜ ਹੋਏ ਮੇਰੇ ਤੇ ਪਹਿਲਾ ਪਰਚਾ 2008 ਚ ਹੋਇਆ। 7 ਯਾਦ ਨੇ ਸਾਰੇ? ਸਾਰੇ ਯਾਦ ਨੇ। 8 ਚ ਹੋਇਆ, 17 ਦੀ ਕੋਰਟ ਦੇ ਵਿੱਚ ਮੈਂ ਪੇਸ਼ ਹੋਈ, 17 ਸੈਕਟਰ ਦੀ ਹਵਾਲਾਤ 'ਚ ਬੰਦ ਰਹੀ। 2011 ਚ ਹੋਇਆ 34 ਦੀ ਹਵਾਲਾਤ 'ਚ ਬੰਦ ਰਹੀ। 2018 ਚ ਹੋਇਆ ਸੈਂਟਰਲ ਜੇਲ੍ਹ ਪਟਿਆਲਾ 'ਚ ਬੰਦ ਰਹੀ। ਔਰ ਕਈ ਇਹੋ ਜਿਹੇ ਪਰਚੇ ਜਿਨ੍ਹਾਂ 'ਚ ਗ੍ਰਿਫਤਾਰੀ ਨਹੀਂ ਹੋਈ ਕੋਰਟ ਚੱਲਦੇ ਆ, ਹਾਲੇ ਚੱਲ ਰਹੇ? ਅਜੇ ਵੀ ਚੱਲ ਰਹੀ ਹੈ। ਨੈਕਸਟ ਪੇਸ਼ੀ 2 ਜੂਨ ਦੀ ਹੈ, ਅਜੇ ਵੀ ਹੈ। ਤੇ ਅਲੱਗ-ਅਲੱਗ ਦੇ ਵਿੱਚ ਪਰਚੇ ਚੱਲ ਰਹੇ ਹੈ। ਤੇ ਪਰਚੇ ਦੇ ਲਈ ਸਹੀ ਪੁੱਛੇ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਕਿ ਮਤਲਬ ਊਸ਼ਾ ਰਾਣੀ ਦੀ ਕੁਆਲੀਫਿਕੇਸ਼ਨ ਹੈ। ਹਾਂ, ਪਰਚੇ ਹੈ। ਮੈਂ ਇਸ ਲਈ ਕੁਆਲੀਫਿਕੇਸ਼ਨ ਮੰਗਦੀ ਹਾਂ। ਮੈਂ ਵੱਡੀ ਲੀਡਰ ਹਾਂ। ਨਹੀਂ, ਮੇਰਾ ਆਈਕਨ ਪੰਡਤ ਕਿਸ਼ੋਰੀ ਲਾਲ ਹੈ, ਭਗਤ ਸਿੰਘ ਹੈ, ਕਿ ਜਿਨ੍ਹਾਂ ਨੇ ਉਹਨਾਂ ਚੀਜ਼ਾਂ ਨੂੰ ਆਪਣੇ ਗਲ 'ਚ ਪਾਇਆ। ਉਨ ਪਰਚਿਆਂ ਨੂੰ, ਜਿਹੜੀ ਵਿਸਫੋਟ ਦੀ ਗੱਲ ਹੋਈ ਜਿਹਦੇ ਤਹਿਤ ਉਹਨਾਂ ਨੂੰ ਅੰਦਰ ਕੀਤਾ ਗਿਆ, ਉਹਨਾਂ ਕਾਨੂੰਨਾਂ ਦੇ ਖਿਲਾਫ ਜਿਹੜੇ ਅੱਜ ਲੇਬਰ ਕੋਡ ਪਾਸ ਕਰ ਦਿੱਤੇ, ਉਹਨਾਂ ਨੇ ਅੰਗਰੇਜ਼ਾਂ ਨੂੰ ਪਾਸ ਨਹੀਂ ਕਰਨ ਦਿੱਤੇ। ਤੇ ਸਾਡੀ ਬੀਜੇਪੀ ਸਰਕਾਰ ਨੇ ਉਹ ਕਾਨੂੰਨ ਲੇਬਰ ਵਾਲੇ ਪਾਸ ਕਰ ਦਿੱਤੇ ਜਿਨ੍ਹਾਂ ਦੇ ਖਿਲਾਫ ਉਹਨਾਂ ਨੇ ਬੰਬ ਫੋੜਨੇ ਪਏ ਸੀ। ਤਾਂ ਅੱਜ ਇਹ ਹਾਲਾਤ ਹੋ ਗਈ ਕਿ ਇਹਦਾ ਮਤਲਬ ਅੱਜ ਦੇ ਹਾਲਾਤ ਨੇ ਜਿਹੜੇ ਉਹ ਅੰਗਰੇਜ਼ਾਂ ਤੋਂ ਵੀ ਮਾੜੇ ਨੇ। ਆਪਾਂ ਥੋੜਾ ਜਿਹਾ ਚਿੰਤਨ ਕਰੀਏ। ਜੋ ਗੱਲ ਆਪਾਂ ਸ਼ੁਰੂ ਕੀਤੀ ਸੀਗੀ ਪੰਜਾਬ ਦੀ, ਦੂਜੀਆਂ ਸਟੇਟਾਂ ਦੀ, ਉਹ ਦੂਜੇ ਅਲੱਗ-ਅਲੱਗ ਟ੍ਰੇਡ ਯੂਨੀਅਨ ਦੇ ਹਾਲਾਤ ਦੀ। ਪੰਜਾਬ ਦੇ ਵਿੱਚ ਪੂਰੇ ਦੇਸ਼ 'ਚ 7ਵਾਂ ਪੇ ਕਮਿਸ਼ਨ ਲੱਗਿਆ, ਪੰਜਾਬ 'ਚ 6ਵਾਂ ਵੀ ਨਹੀਂ ਲੱਗਿਆ। ਪੈਨਸ਼ਨਰ ਰੋਲ ਰਿਹਾ, ਰੋਜ਼ ਮੀਟਿੰਗਾਂ ਚੰਨੀ ਕਰਦੇ ਰਹੇ। ਤੇ ਜਿਹੜੀ ਸਰਕਾਰ ਆਈ ਹੈ ਤੇ ਸਾਰੇ ਮੁਲਾਜ਼ਮਾਂ ਨੇ ਪੂਰਾ ਜ਼ੋਰ ਲਗਾ ਕਰਕੇ ਉਹਨੂੰ ਕੀਤਾ ਹੈ ਕਿ ਆਪਾਂ ਨਵੀਂ ਸਰਕਾਰ ਲਿਆਵਾਂਗੇ, ਇਹ ਲਾਰੇ ਦਿਖਾਏ ਇਹਨਾਂ ਨੂੰ ਵੀ ਤੁਹਾਨੂੰ ਦੇਵਾਂਗੇ, ਅਸੀਂ ਸਭ ਕੁਝ ਪੱਕੇ ਕਰਾਂਗੇ, ਪੈਨਸ਼ਨ ਬਹਾਲ ਕਰਾਂਗੇ। ਪਰ ਸਾਡੇ ਸਾਹਮਣੇ ਆ ਬਣਦਿਆਂ ਹੀ ਰੇਡ ਮਾਰੀ। ਪਹਿਲੀ ਬਾਤ ਰੇਡ ਸ਼ਬਦ ਗਲਤ ਹੈ। ਰੇਡ ਮਾਰੀ ਜਾਂਦੀ ਕਿਤੇ ਨਜਾਇਜ਼ ਸ਼ਰਾਬ ਹੋਵੇ, ਨਜਾਇਜ਼ ਮਾਈਨਿੰਗ ਹੋਵੇ, ਗੈਰ ਕਾਨੂੰਨੀ ਕੰਮਾਂ ਤੇ ਰੇਡ ਮਾਰੋ। ਥੋੜੇ ਐਕਸਾਈਜ਼ ਦੇ ਵਿੱਚ ਚੋਰੀਆਂ ਹੁੰਦੀਆਂ, ਉੱਥੇ ਰੇਡ ਸ਼ਬਦ ਯੂਜ਼ ਕਰੋ। ਸਕੂਲਾਂ ਦੇ ਵਿੱਚ ਜਿੱਥੇ ਇੱਕ ਆਦਰਯੋਗ ਮੰਦਿਰ ਹੈ, ਜਿੱਥੇ ਲੋਕਾਂ ਨੂੰ, ਬੱਚਿਆਂ ਨੂੰ ਇਨਸਾਨ ਬਣਾਉਣਾ, ਦੇਸ਼ ਦੇ ਲੀਡਰ ਬਣਾਉਣਾ, ਇੰਜੀਨੀਅਰ ਬਣਾਉਣਾ, ਉਸ ਥਾਂ ਤੇ ਰੇਡ ਸ਼ਬਦ ਜੇਕਰ ਕੋਈ ਮੇਰਾ ਮੀਡੀਆ ਦਾ ਸਾਥੀ ਵੀ ਕਹਿੰਦਾ ਹੈ ਤਾਂ ਉਹ ਸਾਡੇ ਲਈ ਵੀ ਇੱਕ ਸ਼ਰਮਨਾਕ ਸ਼ਬਦ ਹੈ। ਤੇ ਇਹਨਾਂ ਨੇ ਮਤਲਬ ਪਹਿਲਾਂ ਜੇ ਸਿਸਟਮ 'ਚ ਸੁਧਾਰ ਕਰਨਾ ਸੀ, ਦੂਜਿਆਂ ਨਾਲੋਂ ਵੱਖਰਾ ਕਰਨਾ ਸੀ, ਪਹਿਲਾਂ ਬਾਰ-ਬਾਰ ਸਾਰੀ ਜਥੇਬੰਦੀਆਂ ਨੂੰ ਬੁਲਾ ਕੇ ਮੀਟਿੰਗ ਕਰਦੇ, ਉਹਨਾਂ ਦੀਆਂ ਜ਼ਰੂਰਤਾਂ ਸਮਝਦੇ। ਤੁਸੀਂ ਵੋਟਾਂ ਤੋਂ ਪਹਿਲਾਂ ਸਭ ਨਾਲ ਸੰਪਰਕ ਕਰਦੇ ਸੀ ਕਿ ਕੇਜਰੀਵਾਲ ਮੀਟਿੰਗ ਕਰਨਾ ਚਾਹੁੰਦੇ ਆ। ਹੁਣ ਭਗਵੰਤ ਮਾਨ ਨੂੰ ਕਿਆ ਯੂਨੀਅਨ ਦੇ ਨਾਂ ਭੁੱਲ ਗਏ, ਜਾਂ ਯੂਨੀਅਨ ਲੀਡਰਾਂ ਦੀ ਫੋਨ ਨੰਬਰਾਂ ਦੀ ਲਿਸਟ ਗੁੰਮ ਹੋ ਗਈ, ਜਾਂ ਉਹਨਾਂ ਦੇ ਡਿਮਾਂਡ ਚਾਰਟ ਜਿਹੜੇ ਧਰਨੇ ਤੇ ਜਾ ਕੇ ਲੈ ਕੇ ਆਏ ਸੀ ਉਹ ਰੱਦੀ 'ਚ ਸੁੱਟਦੇ ਕਿ ਉਹਨਾਂ ਦੀ ਫਾਈਲਾਂ ਨਹੀਂ ਸੀ ਲਾਈ ਕਿ ਇਹ ਬਾਅਦ 'ਚ ਪੂਰੇ ਕਰਨੇ ਨੇ। ਇਹਨਾਂ ਨਾਲ ਵਾਅਦੇ ਕੀਤੇ ਹੈ, ਜੇਕਰ ਉਹ ਕੰਟੀਨਿਊ ਲਿਸਟ 'ਚ ਲਾਏ ਹੁੰਦੇ ਤਾਂ ਹੁਣ ਤੱਕ ਮਹੀਨੇ 'ਚ 30 ਯੂਨੀਅਨਾਂ ਦੀ ਮੀਟਿੰਗ ਤਾਂ ਹੁੰਦੀ ਨਾ ਇੱਕ ਕਰਕੇ। ਤਾਂ ਇਹਦਾ ਮਤਲਬ ਇਰਾਦਾ ਨੇਕ ਇਹਨਾਂ ਦਾ ਵੀ ਨਹੀਂ ਹੈ। ਔਰ ਪੰਜਾਬ ਦੇ ਜਿਹੜੇ ਆਰਥਿਕ ਹਾਲਾਤ ਨੇ ਉਹ ਵੀ ਕਿਸੇ ਤੋਂ ਛੁਪੇ ਨਹੀਂ ਹੈ। ਬਣੂਗਾ ਕੀ ਪੰਜਾਬ ਦਾ? ਪੰਜਾਬ ਦੇ ਹਾਲਤ, ਕੱਲ ਚੰਡੀਗੜ੍ਹ 'ਚ ਵੀ 5 ਗੈਂਗਸਟਰ ਪਕੜੇ ਗਏ ਹੈ ਸੁਖਨਾ ਲੇਕ ਤੇ। ਤੁਸੀਂ ਪੰਜਾਬ 'ਚ ਰੋਜ਼ ਨਿਤ ਨਾ ਕਿਤੇ ਨਾ ਕਿਤੇ ਦਿਨ ਦਿਹਾੜੇ ਹਮਲੇ ਹੋ ਰਹੇ ਆ, ਕਤਲ ਹੋ ਰਹੇ ਆ। ਪੰਜਾਬ ਦੀ ਸਿਕਿਉਰਿਟੀ ਦੀ ਵੀ ਖਤਰਾ ਹੈ। ਸਾਡੇ ਅੰਦਰ, ਅਸੀਂ ਤਾਂ ਕਹਿੰਦੇ ਸੀ ਸਾਨੂੰ ਬਾਰਡਰਾਂ ਤੇ ਖਤਰਾ ਹੈ, ਸਾਡੇ ਤਾਂ ਅੰਦਰ ਹੀ ਖਤਰਾ ਹੋ ਰਿਹਾ। ਤਾਂ ਇਸ ਲਈ ਫਿਲਹਾਲ
ਮਾਨ ਸਰਕਾਰ ਵੱਲੋਂ ਵੀ ਇੱਕ ਵੀ ਕਦਮ ਇਹੋ ਜਿਹਾ ਨਹੀਂ ਹੈ ਜਿਹਨੂੰ ਅਸੀਂ ਕਹਿ ਸਕੀਏ ਸਕਸੈਸ ਹੋ ਸਕਦਾ ਹੈ। ਜਿਹੜੀ ਬਿਜਲੀ ਵਾਅਦੇ ਦੀ ਗੱਲ ਸੀ ਆਮ ਪਬਲਿਕ ਨੂੰ, ਹੁਣ ਉਸ ਦੇ ਵਿੱਚ ਹੀ ਰੌਲਾ ਪੈ ਰਿਹਾ। ਕਈ ਕੰਡੀਸ਼ਨ ਆ ਕਈ ਕੰਡੀਸ਼ਨਾਂ ਆ ਗਈਆਂ, ਇਹ ਕੰਡੀਸ਼ਨਾਂ ਪਹਿਲਾਂ ਨਹੀਂ ਸੀਗੀ, ਤਾਂ ਇਸ ਲਈ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ, ਇਹ ਇਹਨਾਂ ਦੇ ਉੱਪਰ ਲਾਗੂ ਇਹ ਹੁੰਦੇ। ਤੁਸੀਂ ਮੰਨ ਲਿਆ ਵੀ ਇਹ ਸਰਕਾਰ ਤੁਹਾਡੇ ਮੁਤਾਬਕ ਪਹਿਲਿਆਂ ਵਾਂਗੇ ਚੱਲੇਗੀ। ਫਿਲਹਾਲ ਤਾਂ ਇਹੀ ਕਹਿੰਦੀ। ਟ੍ਰੇਡ ਯੂਨੀਅਨ ਦਾ ਡੰਡਾ ਵੀ ਬੜਾ ਕਮਜ਼ੋਰ ਹੋਇਆ, ਕਿਵੇਂ ਬਚਾਓਗੇ ਤੁਸੀਂ ਵਰਕਿੰਗ ਕਲਾਸ ਨੂੰ? ਦੇਖੋ, ਵਰਕਿੰਗ ਕਲਾਸ ਨੂੰ ਬਚਾਉਣ ਲਈ ਅਸੀਂ ਤਾਂ ਆਪਣੇ ਵੱਲੋਂ ਪੂਰੇ ਐਫਰਟ ਕੀਤੇ ਹੋਏ ਹੈ, ਪਰ ਵਿੱਚ ਕੁਝ ਲੋਕ ਇਦਾਂ ਦੇ ਆ ਜਾਂਦੇ ਹੈ, ਕਿਉਂਕਿ ਇੱਕ ਹੀ ਟ੍ਰੇਡ ਯੂਨੀਅਨ ਜਾਂ ਇੱਕ ਹੀ ਆਪਾਂ ਯੂਨਿਟ ਕਹਿ ਲਈਏ, ਉਹ ਸਾਰੇ ਪੰਜਾਬ ਨੂੰ ਮੂਵ ਨਹੀਂ ਕਰ ਸਕਦਾ। ਇਹ ਤਾਂ ਮੰਨਦੇ ਜੇ ਯੂਨਿਟੀ ਚਾਹੀਦੀ ਹੈ। ਯੂਨਿਟੀ ਚਾਹੀਦੀ ਹੈ। ਜਿਵੇਂ ਹਿੰਦੁਸਤਾਨ ਦੇ ਵਿੱਚ 10 ਟ੍ਰੇਡ ਯੂਨੀਅਨਾਂ ਨੇ ਇਕੱਠੀ ਹੋ ਕੇ ਹੜਤਾਲ ਕੀਤੀ ਜੀ, ਆਪਣੀ ਵਿਚਾਰਧਾਰਾ ਅਲੱਗ-ਅਲੱਗ ਹੋਣ ਦੇ ਬਾਵਜੂਦ। ਕਿਸਾਨ ਅੰਦੋਲਨ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਸਮਰਥਨ ਕੀਤਾ। ਅਲੱਗ-ਅਲੱਗ ਵਿਚਾਰਧਾਰਾ ਤੋਂ ਬਾਅਦ ਉਹ ਜਨ ਅੰਦੋਲਨ ਬਣਿਆ। ਤਾਂ ਜੋ ਇੱਕ ਬੀਜੇਪੀ ਸਰਕਾਰ ਕਹਿੰਦੀ ਸੀ ਵੀ ਅਸੀਂ ਫੈਸਲਾ ਲੈ ਕੇ ਨਹੀਂ ਮੁੜਦੇ, ਤਾਂ ਉਹ ਦੇਸ਼ ਦੀ ਏਕਤਾ ਨੇ ਉਹਨਾਂ ਨੂੰ ਮਜਬੂਰ ਕੀਤਾ। ਤਾਂ ਇਸੇ ਤਰ੍ਹਾਂ ਮੈਂ ਕਹਿੰਦੀ ਹਾਂ, ਪੰਜਾਬ ਦੀ ਜਿਹੜੀ ਟ੍ਰੇਡ ਯੂਨੀਅਨ ਨੇ ਸਾਰੀਆਂ, ਉਹਨਾਂ ਨੇ ਆਪਣੀ ਆਪਣੀ ਪੋਲੀਟੀਕਲ ਬੁੱਕਲਾਂ 'ਚੋਂ ਬਾਹਰ ਨਿਕਲ ਕੇ ਆਪਣੇ ਨਿੱਜੀ ਬੈਨੀਫਿਟ ਛੱਡ ਕੇ ਓਕੇ, ਸਾਰੇ ਜੋ ਪਬਲਿਕ ਦੇ ਮੁੱਦੇ ਨੇ, ਖਾਸ ਕਰਕੇ ਗਰੀਬ ਕਿਸਾਨ, ਮਜ਼ਦੂਰ, ਬੇਰੁਜ਼ਗਾਰ, ਇਹ 3 ਮੁੱਦੇ, ਮਹਿੰਗਾਈ ਦੀ ਮਾਰ, ਤਾਂ ਇਹਨਾਂ ਮੁੱਦਿਆਂ ਨੂੰ ਲੈ ਕੇ ਸਾਰੀ ਟ੍ਰੇਡ ਯੂਨੀਅਨ ਨੂੰ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਤਾਂ ਪਿਛਲੇ 10 ਸਾਲਾਂ ਤੋਂ ਨਿਊਨਤਮ ਵੇਜ ਵੀ ਰਿਵਾਈਜ਼ ਨਹੀਂ ਹੋਏ। ਕਿੰਨੀ ਵੱਡੀ ਤਰਾਸਦੀ ਹੈ, ਇਸ ਤੋਂ ਵੱਡਾ ਹਮਲਾ ਹੋਰ ਕੀ ਹੋਏਗਾ। ਤੇ ਇਹਦੇ ਲਈ ਕੀ ਐਫਰਟਸ ਕਰ ਰਹੇ ਤੁਸੀਂ ਸਾਰਿਆਂ ਨੂੰ ਯੂਨਾਈਟ ਕਰਨ ਲਈ? ਸਾਡੇ ਵੱਲੋਂ ਹਰ ਪ੍ਰਯਾਸ ਹੈ। ਮੈਂ ਪਹਿਲਾਂ ਆਂਗਨਵਾੜੀ ਜੁਆਇਨ ਕੀਤੀ ਸੀ, ਆਂਗਨਵਾੜੀ ਤੋਂ ਬਾਅਦ ਆਸ਼ਾ 'ਚ ਐਂਟਰੀ ਮਾਰੀ ਹੈ, ਮਿਡ ਡੇ ਮੀਲ 'ਚ ਗਏ ਹਾਂ, ਨਰੇਗਾ ਹੈ, ਕੰਸਟਰਕਸ਼ਨ ਵਰਕਰ ਹੈ, ਜੰਗਲਾਤ ਵਰਕਰ ਹੈ, ਪਿੰਡੂ ਚੌਕੀਦਾਰ ਹੈ, ਟਾਵਰ ਵਾਲੇ ਹੈ, PRTC ਦੇ ਠੇਕੇ ਦੇ ਕਰਮਚਾਰੀ ਹੈ, ਰੋਡਵੇਜ਼ ਦੇ ਹੈ, ਪਨ ਬੱਸ ਦੇ ਹੈ। ਮੰਦੀ ਹਾਲਤ ਹੈ ਉਹਨਾਂ ਦੀ ਬਹੁਤ ਮੰਦੀ ਹਾਲਤ ਹੈ। ਤੇ ਇਸ ਕਰਕੇ ਸਾਰਿਆਂ ਨੂੰ ਆਰਗੇਨਾਈਜ਼ ਕਰਨਾ ਅਸੀਂ ਸ਼ੁਰੂ ਕੀਤਾ ਹੋਇਆ। ਪੁਰਾਣਾ ਵੀ ਸੀ ਤੇ ਹੁਣ ਅਸੀਂ ਹੋਰ ਬੂਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਊਸ਼ਾ ਜੀ, ਹੋਰ ਦੱਸੋ ਵੀ ਪੰਜਾਬ 'ਚ ਲੱਗਦਾ ਨਹੀਂ ਵੀ ਸਰਕਾਰ ਨੇ ਵਰਕਿੰਗ ਕਲਾਸ ਨੂੰ ਡਿਵਾਈਡ ਕਰ ਦਿੱਤਾ? ਇੱਕ ਤੇ ਪੰਜਾਬ ਤਨਖਾਹ ਕਮਿਸ਼ਨ ਲਾਗੂ ਹੁੰਦਾ 6ਵਾਂ, 17 ਜੁਲਾਈ 2020 ਤੋਂ ਮਨਪ੍ਰੀਤ ਬਾਦਲ ਕੇਂਦਰੀ ਸਕੇਲ ਲਾਗੂ ਕਰਕੇ ਜਿਹੜੇ ਉਸ ਤੋਂ ਬਾਅਦ ਭਰਤੀ ਹੋਏ, 1 ਲੱਖ ਤੋਂ ਵੱਧ ਆਊਟਸੋਰਸ ਠੇਕੇ ਵਾਲੇ ਨੇ। ਤੁਹਾਨੂੰ ਆਰਗੇਨਾਈਜ਼ ਕਰਨ ਲਈ ਸਾਰੇ ਵਰਗਾਂ ਨੂੰ ਮੁਸ਼ਕਲਾਂ ਨਹੀਂ ਆ ਰਹੀਆਂ? ਇਹਨਾਂ ਨੇ ਜਾਣ ਬੂਝ ਕੇ, ਹੁਣ ਇੱਕ ਅਧਿਆਪਕ ਹੁੰਦਾ ਸੀ ਗਵਰਨਮੈਂਟ ਟੀਚਰ ਯੂਨੀਅਨ 78 'ਚ ਕਿ BBC ਤੋਂ ਨਿਊਜ਼ ਆਉਂਦੀ ਸੀ ਜੀ, ਉਹ ਇੱਕ ਹੀ ਯੂਨੀਅਨ ਸੀ ਗਵਰਨਮੈਂਟ ਟੀਚਰ ਯੂਨੀਅਨ, ਯੂਨਿਟੀ ਕਰਕੇ ਸੀ, ਔਰ ਇੱਕ ਫਰੰਟ ਵੀ ਇੱਕ ਸੀ। ਇਹਨਾਂ ਨੇ ਇਸ ਯੂਨਿਟੀ ਨੂੰ ਤੋੜਨ ਨਹੀਂ, ਵਲੰਟੀਅਰ, ਐਜੂਕੇਸ਼ਨ ਵਲੰਟੀਅਰ, ਸਿੱਖਿਆ ਕਰਮੀ, ਜੋ ਦੂਜੇ ਡ੍ਰੌਪ ਆਊਟ ਬੱਚਿਆਂ ਵਾਲੇ ਉਹ ਵਾਲਾ ਕਰਮੀ, EGS ਵਰਕਰ, ਇੰਨੀ ਵੈਰਾਈਟੀ ਬਣਾ ਦਿੱਤੀ। ਟੀਚਰਾਂ ਨੂੰ ਕਈ ਵਰਗਾਂ 'ਚ ਵੰਡਤਾ, ਬਹੁਤ ਸਾਰੇ, ਇੰਨੇ ਵਰਗ ਗਿਣੋਗੇ ਤਾਂ ਵਰਗ ਨਹੀਂ ਗਿਣ ਸਕਦੇ ਆਪਾਂ, ਇੰਨੇ ਵਰਗ ਬਣਾਤੇ ਤੇ ਸਭ ਦੇ ਅਲੱਗ-ਅਲੱਗ ਪ੍ਰੋਬਲਮ ਹੋ ਗਈ, ਤਾਂ ਉਹ ਅਲੱਗ-ਅਲੱਗ ਯੂਨਿਟੀ ਬਣ ਗਈ। ਤਾਂ ਇੱਕ ਜੇਕਰ ਕੋਈ ਇੱਕ ਯੂਨੀਅਨ ਸਭ ਨੂੰ ਸਾਰਿਆਂ ਨੂੰ ਆਰਗੇਨਾਈਜ਼ ਕਰ ਲਵੇ ਤਾਂ ਮੈਨੂੰ ਲੱਗਦਾ ਦੁਬਾਰਾ BBC ਮਜਬੂਰ ਹੋਵੇ ਨਿਊਜ਼ ਦੇਣ ਦੇ ਲਈ। ਪਰ ਮੈਨੂੰ ਨਹੀਂ ਸਮਝ ਆਉਂਦੀ ਕਿ ਕਿੱਥੇ ਘਾਟ ਹੈ। ਘਾਟ ਸਾਹਮਣੇ ਹੈ, ਸਾਰੀਆਂ ਆਪਣੀ ਡੱਬਲੀ ਵਜਾਉਣ ਦੇ ਵਿੱਚ ਲੱਗੇ ਹੋਏ ਆ, ਸਿਆਸੀ ਪਾਰਟੀਆਂ ਨਾਲ ਜੁੜੀਆਂ ਨੇ, ਉਸ ਮੁਤਾਬਕ ਚੱਲਦੀਆਂ। ਬਿਲਕੁਲ। ਹੁਣ ਅਸੀਂ ਜਿਵੇਂ ਆਂਗਨਵਾੜੀ ਦੇ ਅੰਦੋਲਨ ਦੀ ਗੱਲ ਕਰੀਏ, ਸਾਡੀ ਆਂਗਨਵਾੜੀ ਵਰਕਰ ਹੈਲਪਰ ਦਾ ਇੱਕ ਹੀ ਯੂਨਿਟ ਹੈ। ਅਸੀਂ ਕੰਮ ਪੋਸਟ ਅਲੱਗ-ਅਲੱਗ ਹੈ, ਵਰਕਰ ਅਲੱਗ ਹੈ, ਹੈਲਪਰ ਅਲੱਗ ਹੈ। ਪੰਜਾਬ 'ਚ ਤਾਂ 2 ਚੱਲ ਰਹੀਆਂ। ਯੂਨੀਅਨ ਤਾਂ ਅਲੱਗ ਹੈ, ਕਰਮਚਾਰੀ ਹੈ ਜੋ ਉਹਦਾ ਇੱਕ ਹੀ ਹੈ। ਯੂਨੀਅਨ ਤਾਂ 3 ਚੱਲਦੀ ਹੈ, ਏਟਕ ਦਾ ਗਰੁੱਪ ਵੀ ਹੈ, ਦੂਜਾ ਵੀ ਹੈ ਨਾਮ ਦਾ। ਪਰ ਅਸੀਂ ਹੁਣ ਜਦੋਂ ਵੀ ਅੰਦੋਲਨ ਕੀਤਾ, ਅਸੀਂ ਆਪਣੇ ਵੱਲੋਂ ਸਭ ਨੂੰ ਸੱਦਾ ਪੱਤਰ ਦਿੱਤਾ ਕਿ ਆਓ ਇੱਕ ਮੰਚ ਤੇ ਆਈਏ। ਔਰ ਹਿੰਦੁਸਤਾਨ ਦੇ ਵਿੱਚ ਵੀ ਖਾਸ ਕਰਕੇ ਪੰਜਾਬ ਦੇ ਖੂਨ 'ਚ ਕ੍ਰਾਂਤੀ ਹੈ। ਮੈਂ ਆਲ ਇੰਡੀਆ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਂ ਦੇਸ਼ ਦੇ ਅਲੱਗ-ਅਲੱਗ ਕੋਣਿਆਂ 'ਚ, ਮੈਨੂੰ 25 ਸੂਬਿਆਂ 'ਚ ਸਾਡੀ ਆਂਗਨਵਾੜੀ ਦੀ ਜਥੇਬੰਦੀ ਹੈ, ਮੈਂ 25 ਸੂਬਿਆਂ ਦੇ ਵਿੱਚ ਸਾਥੀਆਂ ਦੇ ਨਾਲ ਵਿਚਰਦੀ ਹਾਂ। ਪਰ ਜਿੰਨੀ ਲੜਨ ਦੀ ਤਲਬ ਪੰਜਾਬ ਦੇ ਆਂਗਨਵਾੜੀ ਵਰਕਰ ਹੈਲਪਰ ਦੇ ਅੰਦਰ ਹੈ, ਮੁੱਦੇ ਨੂੰ ਪਕੜ ਕੇ ਉਸ ਨੂੰ ਸਹੀ ਦਿਸ਼ਾ ਦੇ ਧਾਰ ਦੀ ਜ਼ਰੂਰਤ ਹੈ। ਔਰ ਪੰਜਾਬ ਦੇ ਹਰ ਵਰਗ 'ਚ, ਇਕੱਲੀ ਆਂਗਨਵਾੜੀ 'ਚ ਨਹੀਂ, ਤੁਸੀਂ ਪਿੰਡ 'ਚ ਗੱਲ ਕਰੋ, ਮੁਹੱਲੇ 'ਚ ਗੱਲ ਕਰੋ। ਔਰ ਇਸ ਦਾ ਉਦਾਹਰਣ ਕਿਸਾਨ ਅੰਦੋਲਨ ਨੇ ਸਾਬਿਤ ਕੀਤਾ ਹੈ। ਜਿਨ੍ਹਾਂ ਲੋਕਾਂ ਦਾ ਦੂਰ ਦੂਰ ਤੋਂ ਅੰਦੋਲਨਾਂ ਨਾਲ ਵਾਸਤਾ ਨਹੀਂ ਸੀਗਾ,
तो जब पंजाब की किसानी ते हमला होया उन्होंने देश की नहीं समझी, ਜਨ ਅੰਦੋਲਨ ਬਣ ਗਿਆ। वो जन आंदोलन बन गया, स्टूडेंट की, इंप्लॉइज की, रिटायर की, ਹੁਣ ਤੁਸੀਂ विदेशी ਬਣਾਓਗੇ की। ਜਨ ਅੰਦੋਲਨ। ਸਾਡੇ ਵੱਲੋਂ ਪ੍ਰਯਾਸ ਹੈ ਔਰ ਜਨਤਾ ਪੰਜਾਬ ਦੀ ਨੂੰ ਅਪੀਲ ਕਰਾਂਗੇ ਕਿ ਜਿਹੜੀ ਆਂਗਨਵਾੜੀ ਵਰਕਰ ਹੈਲਪਰ ਹੈ ਜਾਂ C2 ਹੈ ਉਸ ਦਾ ਆਪਣਾ ਨਿੱਜੀ ਕੋਈ ਪੋਲੀਟੀਕਲ ਇੰਟਰਸਟ ਨਹੀਂ ਹੈ। ਪਹਿਲਾਂ ਤਾਂ ਸਾਡੀ ਇਹ ਕਲੀਅਰ ਤਸਵੀਰ ਹੈ, ਸਾਡਾ ਇੰਟਰਸਟ ਹੈ ਸਾਡਾ ਦੇਸ਼ ਦਾ ਮਜ਼ਦੂਰ ਕਿਸਾਨ ਤੇ ਸਾਡੀ ਜੋ ਹਮਲਾ ਹੈ, ਸਾਡੀ ਵਿੱਦਿਆ ਤੇ ਜੋ ਹਮਲਾ ਹੈ, ਸਾਡੀ ਸਿਹਤ ਤੇ ਜੋ ਹਮਲਾ ਹੈ, ਉਹ ਸਾਡੀ ਜਨ ਡਿਮਾਂਡ ਹੈ, ਆਮ ਜਨ ਜ਼ਰੂਰਤ ਹੈ, ਉਹ ਸਾਡੀ ਸਾਰਿਆਂ ਦੀ ਹੈ। ਇਹ ਸਾਰੇ ਮੁੱਦੇ ਅਸੀਂ ਉਠਾ ਰਹੇ ਹਾਂ ਤੇ ਤੁਸੀਂ ਸਾਡੇ ਸਾਰਾ ਸਾਥ ਦਿਓ। ਸਾਡੇ ਸਾਹਮਣੇ ਹੈ ਬਿਜਲੀ ਬੋਰਡ ਦਾ ਜੋ ਐਸਮਾ ਲਾ ਕੇ ਕੀਤਾ ਹੈ, ਚੰਡੀਗੜ੍ਹ ਦੇ ਉਹ ਡਿਮਾਂਡ ਚੰਡੀਗੜ੍ਹ ਦੀ ਜਨਤਾ ਦੀ ਸੀ, ਨਾ ਕਿ ਬਿਜਲੀ ਇੰਪਲੋਈਜ਼ ਦੀ। ਔਰ ਉਸ ਦੇ ਵਿੱਚ ਜੇਕਰ ਪੂਰਾ ਸਾਥ ਹੁੰਦਾ ਤਾਂ ਜੋ ਟਰਮੀਨੇਟ ਹੋਏ ਜਾਂ ਉਹ ਚਾਰਜ ਸ਼ੀਟ ਹੋਏ, ਐਸਮਾ ਲੱਗਿਆ, ਸ਼ਾਇਦ ਉਹ ਸਥਿਤੀ ਨਾ ਬਣਦੀ। ਔਰ ਪੰਜਾਬ ਦੇ ਵਿੱਚ ਵੀ ਬਿਜਲੀ ਮੁਲਾਜ਼ਮਾਂ ਦੇ ਅੰਦੋਲਨ 'ਚ ਜੇ ਸਮੇਂ ਸਿਰ ਸਾਥ ਹੁੰਦਾ ਤਾਂ ਸ਼ਾਇਦ ਉਹ ਨਿੱਜੀਕਰਨ ਨਾ ਹੁੰਦਾ। ਤਾਂ ਮੇਰੀ ਹੁਣ ਇਹੀ ਹੈ ਕਿ 2 ਸੈਕਟਰਾਂ ਸਾਡਾ ਇਹ ਹੋ ਚੁੱਕਿਆ ਹੈ। ਚੰਡੀਗੜ੍ਹ ਅਸੀਂ ਦੇਖ ਚੁੱਕੇ ਹਾਂ ਬਿਜਲੀ ਦਾ, ਪੰਜਾਬ ਬਿਜਲੀ ਦਾ ਅਸੀਂ ਦੇਖ ਚੁੱਕੇ ਹਾਂ, ਵਾਟਰ ਸਪਲਾਈ ਦਾ ਅਸੀਂ ਦੇਖ ਚੁੱਕੇ ਹਾਂ। ਤੇ ਇਸ ਲਈ ਸਾਰੀ ਜਨਤਾ ਨੂੰ ਆਪ ਜੀ ਦੇ ਚੈਨਲ ਰਾਹੀਂ ਮੇਰੀ ਇਹ ਬੇਨਤੀ ਹੈ ਕਿ ਜੋ ਵੀ ਲੜਦੇ ਲੋਕ ਨੇ, ਉਹ ਆਂਗਨਵਾੜੀ ਹੋਣ, ਆਸ਼ਾ ਹੋਣ, ਮਿਡ ਡੇ ਮੀਲ ਹੋਣ, ਟੀਚਰ ਹੋਣ, PWD ਵਾਲੇ ਹੋਣ, ਅਲੱਗ-ਅਲੱਗ ਅਦਾਰੇ ਦੇ ਬਿਜਲੀ ਕਰਮਚਾਰੀ ਹੋਣ, ਤੇ ਉਹਨਾਂ ਦੀ ਮੰਗਾਂ ਦੇ ਨਾਲ ਜਨਤਾ ਦੀ ਮੰਗਾਂ ਵੀ ਜੁੜੀਆਂ ਨੇ ਤੇ ਜਨਤਾ ਨੇ ਮਿਲ ਕੇ ਸਾਥ ਦੇਈਏ ਤੇ ਅਸੀਂ ਸੱਚਮੁੱਚ ਦੇ ਵਿੱਚ ਪੰਜਾਬ 'ਚ ਬਦਲਾਅ ਲਿਆਈਏ ਔਰ ਨਵਾਂ ਬਦਲਾਅ ਸਿਰਜੀਏ। ਥੈਂਕ ਯੂ। ਸੋ ਤੁਸੀਂ C2 ਦੇ ਜਿਹੜੇ ਕੌਮੀ ਲੀਡਰ ਨੇ ਤਪਨ ਸੇਨ, ਡਾਕਟਰ ਹੇਮਲਤਾ ਤੇ ਉਸ ਤੋਂ ਬਾਅਦ ਚੰਦਰ ਸ਼ੇਖਰ ਉਹਨਾਂ ਨੂੰ ਸੁਣਿਆ। ਉਹਨਾਂ ਨੇ ਕੌਮੀ ਪੱਧਰ ਤੇ ਵੱਡੀ ਯੂਨਿਟੀ ਲਿਆਉਣ ਦੀ ਗੱਲ ਕੀਤੀ ਔਰ ਮੈਡਮ ਊਸ਼ਾ ਰਾਣੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਭਾਵੇਂ ਕੈਪਟਨ ਦੀ ਸਰਕਾਰ ਹੋਵੇ ਤੇ ਭਾਵੇਂ ਚੰਨੀ ਦੀ ਸਰਕਾਰ ਹੋਵੇ ਤੇ ਭਾਵੇਂ ਹੁਣ ਮਾਨ ਦੀ ਸਰਕਾਰ, ਨੀਤੀਆਂ ਇੱਕੋ ਹੀ ਨੇ। ਤੇ ਜੇ ਕੁਝ ਪੰਜਾਬ ਦੇ ਵਰਕਰਾਂ ਨੇ ਆਪਣੇ ਆਪ ਨੂੰ ਬਚਾਉਣਾ, ਆਪਣੇ ਹੱਕ ਲੈਣੇ ਨੇ ਤੇ ਸਾਰਿਆਂ ਨੂੰ ਯੂਨਾਈਟ ਹੋਣਾ ਪਊਗਾ, ਕਿਉਂਕਿ ਹੱਕ ਹਮੇਸ਼ਾ ਸੰਘਰਸ਼ਾਂ ਨਾਲ ਹੀ ਮਿਲਦੇ ਨੇ।